TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਗਏ ਹਾਂ ਜੀ, ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਤੁਹਾਡੀ ਫੀਡਬੈਕ ਸਾਡੇ ਤੱਕ ਪਹੁੰਚਦੀ ਹੈ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਵਾਲਾ ਪ੍ਰੋਗਰਾਮ ਵੀ ਤੁਸੀਂ ਜਿਹੜਾ ਸਾਡੇ ਗੈਸਟ ਸਨ ਸਰਦਾਰ ਪਰਮਪਾਲ ਸਿੰਘ ਜੀ, ਉਹਨਾਂ ਦੇ ਬਾਰੇ ਫੀਡਬੈਕ ਆਈ ਆ, ਉਹ ਪ੍ਰੋਗਰਾਮ ਵੀ ਤੁਸੀਂ ਪਸੰਦ ਕੀਤਾ, ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਉਸ ਪਹਿਲੂ ਨੂੰ ਚੰਗੀ ਤਰ੍ਹਾਂ ਖੰਗਾਲ ਕੇ ਚੰਗੀ ਤਰ੍ਹਾਂ ਦੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾਵੇ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਨਹੀਂ ਕਰਦੇ ਹੈਗੇ ਤੇ ਮੈਨੂੰ ਇਹ ਲੱਗਦਾ ਕਿ ਅਸੀਂ ਕਿਸੇ ਮੁੱਦੇ ਜਾਂ ਕਿਸੇ ਗੱਲਬਾਤ ਨਾਲ ਇਨਸਾਫ ਨਹੀਂ ਕਰ ਰਹੇ ਹੁੰਦੇ। ਸੋ ਇਸ ਮਕਸਦ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਡਿਜ਼ਾਈਨ ਕਰਦੇ ਹਾਂ, ਇਸ ਮਕਸਦ ਦੇ ਨਾਲ ਅਸੀਂ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੈਗੇ ਹਾਂ। ਤੁਸੀਂ ਸਾਨੂੰ ਵੱਖ-ਵੱਖ ਮਾਧਿਅਮ ਰਾਹੀਂ ਇਸ ਟਾਈਮ ਦੇ ਉੱਤੇ ਦੇਖ ਸਕਦੇ ਹੈਗੇ ਹੋ। ਤਾਂ YouTube ਚੈਨਲ ਦੇ ਉੱਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਤੁਹਾਡੇ ਕੋਲ ਬੈਲ ਆਈਕਨ ਦਾ ਬਟਨ ਦਬਾ ਦਿਓ, ਤੁਹਾਡੇ ਕੋਲ ਨੋਟੀਫਿਕੇਸ਼ਨ ਜਿਹੜੀ ਉਹ ਪਹੁੰਚਦੀ ਹੋ ਜਾਇਆ ਕਰੇਗੀ ਜਦ ਅਸੀਂ ਲਾਈਵ ਹੁੰਦੇ ਹਾਂ। ਉਸ ਤੋਂ ਇਲਾਵਾ ਤੁਸੀਂ ਫੇਸਬੁੱਕ ਤੇ, ਉਸ ਤੋਂ ਇਲਾਵਾ ਤੁਸੀਂ ਸਾਨੂੰ TV ਚੈਨਲ ਤੋਂ ਇਲਾਵਾ ਬਾਬਾ ਇੰਟਰਟੇਨਮੈਂਟ ਐਪ ਦੇ ਉੱਤੇ ਜਿਹੜਾ ਹੈ ਸਾਨੂੰ ਵਾਚ ਕਰ ਸਕਦੇ ਹੋ। ਸਾਡੇ ਐਂਡਰੋਇਡ ਐਪ 'ਤੇ ਵਾਚ ਕਰ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਸਾਨੂੰ ਜਿਹੜਾ ਹੈ ਉਹ ਇਸ ਟਾਈਮ ਦੇ ਉੱਤੇ ਜਿਹੜਾ ਹੈ ਸਾਡੀ ਵੈਬਸਾਈਟ ਦੇ ਉੱਤੇ ਵੀ ਸਾਨੂੰ ਵਾਚ ਜਿਹੜਾ ਹੈ ਉਹ ਕਰ ਰਹੇ ਹੈਗੇ ਹੋ। ਅਤੇ ਆਓ ਅੱਜ ਆਪਾਂ ਪ੍ਰੋਗਰਾਮ ਦੀ ਜਿਹੜੀ ਹੈ ਉਹ ਸ਼ੁਰੂਆਤ ਕਰਦੇ ਹੈਗੇ ਹਾਂ। ਮੈਂ ਅੱਜ ਆਪਾਂ ਜਿਹੜਾ ਮੇਨ ਲਗਾਤਾਰ ਉਸ ਮੁੱਦੇ ਨੂੰ ਹੀ ਜਾਂ ਉਸ ਸੰਘਰਸ਼ ਜਿਹੜਾ ਹੈ ਉਸ ਦੇ ਉੱਤੇ ਹੀ ਗੱਲਬਾਤ ਕਰਨੀ ਆ, ਪਰ ਮੈਂ ਤੁਹਾਨੂੰ ਕੁਛ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਮੈਂ ਉੱਥੋਂ ਸ਼ੁਰੂ ਕਰਾਂਗਾ, ਉੱਥੋਂ ਮੈਂ ਸਟਾਰਟ ਕਰਾਂਗਾ ਕਿ ਅਸਲ ਦੇ ਵਿੱਚ ਜਿਹੜੀ ਪਿਕਚਰ ਹੈਗੀ ਆ ਉਹ ਇੰਡੀਆ ਦੀ ਇਸ ਟਾਈਮ ਦੇ ਉੱਤੇ ਕੀ ਹੈਗੀ ਆ, ਅਤੇ ਅਸੀਂ ਜਿਨ੍ਹਾਂ ਤੋਂ ਅਸੀਂ ਸੰਘਰਸ਼ ਕਰਕੇ ਉਮੀਦ ਕਰਦੇ ਪਏ ਹੈਗੇ ਆ ਕਿ ਸਾਡਾ ਕੁਛ ਉਹ ਸਵਾਰ ਦੇਣਗੇ ਜਾਂ ਸਾਡਾ ਕੁਛ ਉਹ ਭਲਾ ਕਰ ਦੇਣਗੇ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੋਈ ਗੱਲ ਕਰ ਦੇਣਗੇ। ਕੀ ਇਹ ਪੋਸੀਬਲ ਹੈ ਜਾਂ ਇਹ ਹੋਵੇਗਾ ਜਾਂ ਪਿੱਛੇ ਹੋਇਆ, ਜਾਂ ਇਹ ਸਾਰਾ ਕੁਛ ਜੋ ਝੂਠ ਦਾ ਪਲੰਦਾ ਇਹ ਕਰ ਰਹੇ ਨੇ ਜਾਂ ਬੋਲ ਰਹੇ ਨੇ ਲਗਾਤਾਰ ਝੂਠ, ਉਹਦੇ 'ਤੇ ਆਪਾਂ ਜਿਹੜਾ ਹੈ ਉਹ ਨਜ਼ਰ ਮਾਰਦੇ ਹੈਗੇ ਆ। ਇਹ ਸਿਰਫ ਇਕੱਲਾ ਧੋਖਾ ਉੱਥੇ ਵਸਣ ਵਾਲੇ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਕਰਦੇ ਉਹਨਾਂ ਨਾਲ ਹੀ ਨਹੀਂ ਕਰ ਰਹੇ ਹੈਗੇ, ਇਹ ਸਾਰੇ ਦੇਸ਼ ਨਾਲ ਹੀ ਧੋਖਾ ਕਰ ਰਹੇ ਹੈਗੇ ਨੇ। ਸੋ ਇਸ ਧੋਖੇ ਦੀ ਤਸਵੀਰ ਤੁਸੀਂ ਜਿਸ ਵੀ ਪਹਿਲੂ ਤੋਂ ਫੜੋਗੇ ਉਹ ਤੁਹਾਡੇ ਸਾਹਮਣੇ ਨਜ਼ਰ ਆ ਜਾਏਗੀ। ਅਗਰ ਜੇ ਅਸੀਂ ਇਹਨਾਂ ਦੇ ਮੀਡੀਏ ਨੂੰ ਇੱਕ ਸਾਈਡ 'ਤੇ ਰੱਖ ਦਈਏ, ਜੇ ਤਾਂ ਵੇਖਣਾ ਇਹਨਾਂ ਦਾ ਮੀਡੀਆ, ਜੇ ਤਾਂ ਵੇਖਣੀਆਂ ਇਹਨਾਂ ਦੀਆਂ ਖਬਰਾਂ, ਜੇ ਤਾਂ ਵੇਖਣਾ ਸਿਰਫ ਇਹਨਾਂ ਦੇ ਭਗਤ ਬਣ ਕੇ ਵਿਚਰਨਾ ਹੈਗਾ, ਫਿਰ ਤੇ ਤੁਹਾਨੂੰ ਸਭ ਕੁਝ ਹਰਾ ਹਰਾ ਗ੍ਰੀਨ ਗ੍ਰੀਨ, ਤੁਹਾਨੂੰ ਸਭ ਕੁਝ ਪ੍ਰਫੁੱਲਤ, ਤੁਹਾਨੂੰ ਦੇਸ਼ ਜਿਹੜਾ ਉਹ ਮਤਲਬ ਕਿ ਉੱਪਰਲੇ ਕੁਛ ਦੇਸ਼ਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਇਹ ਦਿਖਾ ਦੇਣਗੇ, ਅਤੇ ਤੁਸੀਂ ਸ਼ਾਇਦ ਇੱਕ ਅਜਿਹਾ ਸੁਪਨਾ ਜਿਹੜਾ ਸੱਚ ਤੋਂ ਕੋਹਾਂ ਦੂਰ ਹੈ ਉਹਦੇ ਵਿੱਚ ਜੀ ਰਹੇ ਹੋਗੇ। ਸ਼ਾਇਦ ਇਹ ਵੀ ਇਹੋ ਜਿਹੀ ਇਹ ਕਲਪਨਾ ਕਰਦੇ ਨੇ, ਜਾਂ ਇਹਨਾਂ ਦਾ ਸੁਭਾਅ 'ਚ ਆ, ਜਾਂ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਹੈ ਉਹ ਝੂਠ ਬੋਲਦੇ ਨੇ, ਕਿਉਂਕਿ ਜਿਹੜਾ ਇਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਆਈਡੀਓਲੋਜੀ ਆ ਉਸ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਮੈਂ ਗੱਲ ਕੀਤੀ ਆ ਕਿ ਝੂਠ ਦਾ ਪਲੰਦਾ। 16 ਅਕਤੂਬਰ ਨੂੰ ਇੱਕ ਰਿਪੋਰਟ ਆਉਂਦੀ ਹੈ ਜੀ। ਇਹ ਰਿਪੋਰਟ ਕੋਈ ਜਿਹੜੀ ਹੈ ਕਿ ਨਾਰਮਲ ਰਿਪੋਰਟ ਨਹੀਂ ਹੈਗੀ, ਇੰਟਰਨੈਸ਼ਨਲ ਲੈਵਲ ਦੇ ਉੱਤੇ ਰਿਪੋਰਟ ਪ੍ਰਿੰਟ ਹੁੰਦੀ ਹੈ, ਜਿਹਦੇ ਵਿੱਚ ਇੰਡੀਆ 104 ਦੇਸ਼ ਐਸੇ ਹੈਗੇ ਨੇ ਕਿ ਜਿਨ੍ਹਾਂ ਦੀ ਇੱਕ ਉਹਨਾਂ ਨੂੰ ਕੈਟਾਗਰੀ ਡਿਵਾਈਡ ਕੀਤੀ ਜਾਂਦੀ ਹੈਗੀ ਆ ਕਿ ਕਿੰਨੇ ਕੁ ਲੋਕ ਨੇ ਜਿੱਥੇ ਲੋਕਾਂ ਨੂੰ ਜਿਹੜਾ ਨਾਰਮਲ ਪੱਧਰ, ਨਾਰਮਲ ਇੱਕ ਖਾਣਾ ਹੈ ਜਿਹੜਾ ਮਨੁੱਖ ਦੀ ਜਿਹੜੀ ਹੈ ਉਹ ਜੀਣ ਵਾਸਤੇ ਜ਼ਰੂਰਤ ਆ, ਜਿੱਥੇ ਹਵਾ ਪਾਣੀ ਸਾਨੂੰ ਕੁਦਰਤੀ ਰੂਪ ਦੇ ਵਿੱਚ ਵੀ ਮਿਲ ਰਿਹਾ ਹੈਗਾ, ਅਤੇ ਜਿੱਥੇ ਮਨੁੱਖ ਆਪਣੀ ਮਿਹਨਤ ਮਸ਼ੱਕਤ ਜਾਂ ਉੱਥੋਂ ਦੇ ਐਨਵਾਇਰਮੈਂਟ ਤੋਂ ਪੈਦਾ ਹੋਈਆਂ ਚੀਜ਼ਾਂ ਨੂੰ ਜਿਹੜਾ ਹੈ
ਉਹ ਵਰਤ ਕੇ ਤੇ ਆਪਣੇ ਪੇਟ ਦੀ ਪੂਰਤੀ ਕਰਦਾ ਹੈਗਾ। ਉਹਦੀ ਜਿਹੜੀ ਹੈ ਇੱਕ ਬੇਸਿਕ ਲੋੜ, ਇੱਕ ਬੇਸਿਕ ਜੀਣ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ। ਤੇ ਤੁਸੀਂ ਹੈਰਾਨ ਹੋਵੋਗੇ ਕਿ 104 ਮੁਲਕਾਂ ਦੇ ਵਿੱਚੋਂ ਇੰਡੀਆ ਦਾ 96ਵਾਂ ਨੰਬਰ ਹੈ, 96 ਨੰਬਰ ਤੇ ਇੰਡੀਆ ਇਸ ਟਾਈਮ ਦੇ ਉੱਤੇ ਤੁਰਿਆ ਫਿਰਿਆ, ਜਿੱਥੇ ਲੋਕ ਭੁੱਖੇ ਸੌਂਦੇ ਨੇ। ਤੇ ਤੁਸੀਂ ਅੰਦਾਜ਼ਾ ਲਾ ਲਓ, ਜੇ ਉਸ ਨੂੰ ਪੂਰੀ ਕੈਲਕੂਲੇਸ਼ਨ ਤੁਸੀਂ ਕਰ ਲਓ ਤੇ ਹਰ ਚੌਥਾ ਇਨਸਾਨ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਭੁੱਖਾ ਸੌਂ ਰਿਹਾ ਹੈਗਾ, ਜਿਹਦੀਆਂ ਬੇਸਿਕ ਲੋੜਾਂ ਤੇ ਅਲੱਗ ਦੀ ਗੱਲ ਆ, ਉਹਦੇ ਪੇਟ ਦੀ ਜਿਹੜੀ ਪੂਰਤੀ ਆ ਉਹ ਵੀ ਨਹੀਂ ਹੋ ਰਹੀ ਹੈਗੀ। ਇੱਥੋਂ ਆਪਾਂ ਖੁਦ ਅੰਦਾਜ਼ਾ ਲਗਾ ਸਕਦੇ ਹੈਗੇ ਆ। ਇੱਕ ਤੁਸੀਂ ਇੰਟਰਨੈਟ ਦੇ ਉੱਤੇ ਰਿਪੋਰਟ ਪੜ੍ਹ ਸਕਦੇ ਹੋ ਸਾਰੀ ਜਾ ਕੇ। ਈਵਨ ਕਿ ਪਾਕਿਸਤਾਨ, ਜਿਹਨੂੰ ਇਹ ਰੋਜ਼ ਜਿਹਦੇ ਅਗੇਂਸਟ ਰੌਲਾ ਪਾਉਂਦੇ ਨੇ, ਜਿਹਦੇ ਤੋਂ ਕਹਿੰਦੇ ਕਿ ਅਸੀਂ ਇਹ ਤਾਂ ਸਾਡੇ ਵਾਸਤੇ ਕੁਛ ਵੀ ਨਹੀਂ ਹੈਗਾ, ਉਹਦਾ ਨੰਬਰ ਵੀ 86 ਹੈਗਾ ਸ਼ਾਇਦ। ਤੇ ਬੰਗਲਾਦੇਸ਼ ਦੇਖੋ, ਜਿੱਥੇ ਬਹੁਤ ਗਿਣਤੀ ਲੋਕ, ਤੁਸੀਂ ਜੇ ਦੇਖੋਗੇ ਤਾਂ ਉੱਥੇ ਜੇ ਆਪਾਂ ਉਹਨਾਂ ਦੀਆਂ ਤਸਵੀਰਾਂ ਜਾਂ ਅਸਲੀ ਜਿੱਥੇ ਕੁਦਰਤੀ ਮਾਰ ਵੀ ਪੈਂਦੀ ਆ, ਕਦੀ ਹੜ੍ਹ ਆ ਜਾਂਦਾ, ਕਦੀ ਕੁਛ ਹੋ ਜਾਂਦਾ, ਜਿੱਥੇ ਇੰਨੀਆਂ ਆਫਤਾਂ ਆਉਂਦੀਆਂ ਨੇ, ਝੁੱਗੀਆਂ ਵੀ ਉੱਥੇ ਉੜਦੀਆਂ ਨੇ, ਉਹਨਾਂ ਦਾ ਨੰਬਰ ਵੀ ਇੰਡੀਆ ਤੋਂ ਥੱਲੇ ਆ ਤੇ ਇੰਡੀਆ 96ਵੇਂ ਨੰਬਰ ਦੇ ਉੱਤੇ ਆ। ਤੇ ਆਪਾਂ ਕਿਹੜੇ ਉਸ ਮੁਲਕ ਦੀ ਕਲਪਨਾ ਕਰ ਰਹੇ ਆ ਜਿਹੜਾ ਦੁਨੀਆ ਦਾ, ਵਰਲਡ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵੱਡੀਆਂ ਤਾਕਤਾਂ ਦੇ ਵਿੱਚ ਉਹਦਾ ਨਾਂ ਹੈ। ਇਹ ਗੱਲ ਡਾਈਜੈਸਟ ਹੁੰਦੀ ਆ, ਇਹ ਗੱਲ ਪਚਣਯੋਗ ਹੈ, ਇਹ ਗੱਲ ਅਸੀਂ ਆਪਣੇ ਖੁਦ ਦੇ ਤੌਰ ਦੇ ਉੱਤੇ ਸੋਚ ਸਕਦੇ ਹੈਗੇ ਆ ਕਿ ਜਿਹੜਾ ਇਹ ਝੂਠ ਦਾ ਪਲੰਦਾ ਜਾਂ ਝੂਠ 'ਚ ਇੱਕ ਸੁਪਨੇ ਦੇ ਵਿੱਚ ਲੋਕਾਂ ਨੂੰ ਦਿਖਾ ਕੇ ਜਿਹੜਾ ਉਹ ਜੀਆ ਜਾਂਦਾ, ਅਸੀਂ ਇੰਡੀਆ ਨੂੰ ਇੱਕ ਉਸ ਰੂਪ 'ਚ ਦੇਖਦੇ ਹਾਂ ਜਿੱਥੇ ਇਹਨਾਂ ਦੇ ਇੱਕ ਮੀਡੀਆ ਤੇ ਇਹਨਾਂ ਦੀ ਜੈ-ਜੈਕਾਰ ਕਰ ਰਿਹਾ, ਦੂਸਰੀ ਸਾਈਡ ਦੇ ਉੱਤੇ ਇਹਨਾਂ ਦਾ ਜਿਹੜੇ ਇਹ ਲੋਕਾਂ ਨੂੰ ਪਰੋਸ ਰਹੇ ਨੇ ਇੰਟਰਟੇਨਮੈਂਟ ਦੇ ਨਾਮ ਦੇ ਉੱਤੇ। ਉਹਦੇ 'ਚ ਵੀ ਤੁਸੀਂ ਦੇਖੋਗੇ ਤਾਂ ਉਹਦੇ 'ਚ ਵੀ ਇਹਨਾਂ ਦੇ ਜਿਹੜੇ ਦਿਖਾਏ ਹੋਏ ਜਿਹੜੇ ਘਰ ਨੇ ਜਾਂ ਵੱਡੇ ਜੋ ਚੀਜ਼ਾਂ ਇਹ ਦਿਖਾ ਰਹੇ ਨੇ, ਲਗਜ਼ਰੀ ਕਾਰਾਂ, ਨੋ ਡਾਊਟ ਕਈ ਬਹੁਤ ਅਮੀਰ ਨੇ ਉੱਥੇ, ਪਰ ਉਹਨਾਂ ਦੀ ਕਰਦੇ ਆ 100-150 ਕਰੋੜ ਨੂੰ ਜਾ ਪਹੁੰਚਣ ਵਾਲੀ ਇਹ ਕੰਟਰੀ ਹੈਗੀ ਆ। ਮੈਂ ਗੱਲ ਕਰ ਰਿਹਾ ਨਾਰਮਲ, ਜਿਹੜੇ ਤੁਸੀਂ ਅਪਰੋਕਸੀਮੇਟਲੀ, ਚਲੋ ਉੱਪਰ ਵਾਲੇ ਨੂੰ ਵੀ ਛੱਡ ਦਿਓ, ਲੇਕਿਨ 100 ਕਰੋੜ ਦੀ ਮੈਂ ਗੱਲ ਕਰਦਾ ਪਿਆ। 100 ਕਰੋੜ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਇੱਕ ਬੰਦੇ ਰੋਜ਼ ਭੁੱਖੇ ਸੌਂਦੇ ਨੇ। ਤੇ ਇਹ ਗੱਲਾਂ ਕਿਹੜੀਆਂ ਕਰਦੇ ਨੇ? ਇਹ ਗੱਲਾਂ ਇਹ ਕਰਦੇ ਨੇ ਕਿ ਅਸੀਂ ਆਪਣੇ ਗਵਾਂਢੀ ਮੁਲਕਾਂ ਤੋਂ ਕਿਤੇ ਜ਼ਿਆਦਾ ਅਸੀਂ ਉਹਨਾਂ ਦੇ ਜਿਹੜਾ ਹੈ ਉਹਨਾਂ ਤੋਂ ਅਸੀਂ ਕਿਤੇ ਜ਼ਿਆਦਾ ਪਾਵਰਫੁੱਲ ਹਾਂ, ਕਿਤੇ ਜ਼ਿਆਦਾ ਉਹਨਾਂ ਤੋਂ ਤਾਕਤਵਰ ਹਾਂ, ਕਿਤੇ ਜ਼ਿਆਦਾ ਸਾਡੇ ਕੋਲ ਉਹਨਾਂ ਤੋਂ ਜਿਹੜਾ ਹੈ ਹਰ ਪੱਖ ਤੋਂ ਅਸੀਂ ਤਾਕਤਵਰ ਹਾਂ। ਇੱਕ ਸਿੰਪਲ ਜਿਹਾ ਕੰਸੈਪਟ ਹੈ, ਇੱਕ ਸਿੰਪਲ ਜੀ ਜਿਹੜੀ ਥਿਊਰੀ ਹੈਗੀ ਆ, ਇੱਕ ਜਿਹੜੀ ਉਹ ਆਮ ਬੰਦੇ ਨੂੰ ਵੀ ਸਮਝ ਆਉਂਦੀ ਹੈਗੀ ਆ। ਜਿਸ ਦੇਸ਼ ਦੇ ਵਿੱਚ ਭੁੱਖਮਰੀ ਹੋਊਗੀ, ਉਹਦੇ ਜਿਹੜਾ ਜੰਮਦਾ ਬੱਚਾ, ਦੇਖੋ 1.25 ਲੱਖ ਬੱਚਾ ਪਿਛਲੇ ਸਾਲ, ਸਿਰਫ ਇਹ ਪੋਲਿਊਸ਼ਨ ਦੀ ਰਿਪੋਰਟ ਮੈਂ ਤੁਹਾਨੂੰ ਕਰ ਰਿਹਾ ਹੈਗਾ, ਇੱਕ ਇਹ ਵੀ ਰਿਪੋਰਟ ਆਈ ਹੈਗੀ ਆ ਕਿ 1.25 ਲੱਖ ਬੱਚਾ ਮਹੀਨੇ ਦੇ ਅੰਦਰ ਸਿਰਫ ਪੋਲਿਊਸ਼ਨ ਦੇ ਕਾਰਨ ਉਹਨਾਂ ਦੀ ਡੈਥ ਹੋਈ ਆ। ਭੁੱਖਮਰੀ ਵਾਲੀ ਜਿਹੜੀ ਗਿਣਤੀ ਆ ਉਹ ਤੇ ਤੁਸੀਂ ਛੱਡ ਹੀ ਦਿਓ, ਉਹ ਤਾਂ ਫਿਗਰ ਤੁਹਾਨੂੰ ਡਰਾਏਗੀ। ਅਸਲੀਅਤ ਤੋਂ ਤੁਹਾਨੂੰ ਜਿਹੜਾ ਪਰਦਾ ਚੁੱਕਦੀ ਆ ਪੂਰੀ ਤਰ੍ਹਾਂ ਦੇ ਨਾਲ। ਤੇ ਜਦੋਂ ਇਹਨਾਂ ਦੀਆਂ ਗੱਲਾਂ ਸੁਣਦੇ ਆ ਜਾਂ ਇਹਨਾਂ ਲੋਕਾਂ ਦੇ ਜਿਹੜਾ ਦੇਖਦੇ ਆ, ਜੀਵਨ ਪੱਧਰ ਦੇਖਦੇ ਆ, ਜਾਂ ਇਹਨਾਂ ਦੀਆਂ ਬਣ ਰਹੀਆਂ ਵੱਡੀਆਂ ਮੂਰਤੀਆਂ ਜਿਹੜੀਆਂ ਆਪਾਂ ਦੇਖਦੇ ਆ, ਜੋ ਬਣ ਚੁੱਕੀਆਂ ਨੇ ਹੁਣ ਤੱਕ, ਤੇ ਉਹਦੇ ਤੇ ਜੋ ਲੋਕ ਭੁੱਖਮਰੀ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਡਿਫਰੈਂਸ ਦੇਖਦੇ ਆ। ਉਹਨਾਂ ਦੇ ਵਿੱਚ ਇਹ ਦੇਖਦੇ ਆ ਕਿ ਬੁਨਿਆਦੀ ਬੰਦਾ ਜਦੋਂ ਮੈਨੂੰ ਲੱਗਦਾ ਕਿ ਇਨਸਾਨ
ਹਾਲੇ ਡਿਵੈਲਪ ਵੀ ਨਹੀਂ ਸੀ ਪ੍ਰੋਪਰਲੀ ਹੋਇਆ, ਉਹਦੇ ਕੋਲ ਖਾਣ ਦੇ ਬਹੁਤ ਜ਼ਿਆਦਾ ਸਾਧਨ ਵੀ ਨਹੀਂ ਸੀ ਹੁੰਦੇ ਹੈਗੇ, ਉਸ ਟਾਈਮ ਦੇ ਉੱਤੇ ਵੀ ਮੈਨੂੰ ਲੱਗਦਾ ਕਿ ਇੱਕ ਆਮ ਇਨਸਾਨ ਜਿਹੜਾ ਹੈਗਾ ਉਹ ਭੁੱਖਾ ਨਹੀਂ ਸੌਂਦਾ ਸੀਗਾ। ਲੇਕਿਨ ਅੱਜ ਵੀ ਉਹ ਭੁੱਖਾ ਸੌਂ ਰਿਹਾ 21 ਸੈਂਚਰੀ ਦੇ ਵਿੱਚ। ਤੇ ਇਸ ਤੋਂ ਮਾੜੀ ਤਸਵੀਰ ਕਿਸੇ ਕੰਟਰੀ ਦੀ ਕੀ ਹੋ ਸਕਦੀ ਹੈਗੀ ਆ? ਕੀ ਉਹ ਲੋਕ ਛਾਤੀ ਚੌੜੀ ਕਰਕੇ ਇਹ ਕਹਿ ਸਕਦੇ ਨੇ ਕਿ ਸਾਡੇ ਇੰਨੇ ਇੰਚ ਦੀ ਛਾਤੀ ਆ, ਪਰ ਉਸ ਛਾਤੀ ਦੇ ਵਿੱਚ ਛੇਕ ਕਿੰਨੇ ਨੇ? ਆਪਾਂ ਉਹ ਇਹਨਾਂ ਰਿਪੋਰਟਾਂ ਤੋਂ ਇੰਟਰਨੈਸ਼ਨਲ ਗਲੋਬਲੀ ਤੁਸੀਂ ਕਿੱਥੇ ਖੜੇ ਹੋ ਡਿਪੈਂਡ ਇਹ ਕਰਦਾ ਹੈਗਾ ਕਿ ਤੁਸੀਂ ਗਲੋਬਲੀ ਕਿੱਥੇ ਖੜੇ ਹੋ ਸਕਦਾ ਕਿ ਤੁਸੀਂ ਆ ਕੇ ਅਮਰੀਕਾ ਦੇ ਵਿੱਚ ਜਾਂ UN ਦੇ ਵਿੱਚ ਜਾਂ ਕਿਤੇ ਹੋਰ ਤੁਸੀਂ ਆ ਕੇ ਆਪਣੀ ਛਾਤੀ ਚੌੜੀ ਕਰਦੇ ਹੋ ਜੀ, ਅਸੀਂ ਇਹ ਕਰਤਾ, ਮੇਕ ਇਨ ਇੰਡੀਆ ਕਰਤਾ, ਸਵੱਛ ਭਾਰਤ ਕਰਤਾ, ਪਤਾ ਨਹੀਂ ਕੀ ਕੁਛ, ਕੀ ਡਰਾਮੇ ਤੁਸੀਂ ਕਰਦੇ ਹੋ। ਲੇਕਿਨ ਅਸਲੀਅਤ ਪਤਾ ਗਲੋਬਲੀ ਤੁਸੀਂ ਇੰਟਰਨੈਸ਼ਨਲੀ ਤੁਸੀਂ ਵਰਲਡ ਲੈਵਲ ਦੇ ਉੱਤੇ ਤੁਸੀਂ ਕਿਸ ਜਗ੍ਹਾ ਦੇ ਉੱਤੇ ਖੜੇ ਹੋ, ਕਿਸੇ ਵੀ ਪੱਖ ਦੇ ਉੱਤੇ ਤੁਸੀਂ ਸਟੈਂਡ ਕਰਦੇ ਹੋ। ਆਪਾਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ UN ਦੇ ਵਿੱਚ ਵੀ ਤੁਹਾਡੀ ਜਿਹੜੇ ਤੁਸੀਂ ਆ ਕਾਨੂੰਨ ਬਣਾ ਰਹੇ ਹੋ ਜਾਂ ਕਾਨੂੰਨ ਪਿੱਛੇ ਤੁਸੀਂ ਬਣਾਏ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਲਗਾਤਾਰ ਹੋ ਰਿਹਾ, ਉਹਨਾਂ ਦੇ ਉੱਤੇ ਜਿਹੜੀ ਤੁਹਾਡੀ ਜਿਹੜੀ ਹੈ ਇੰਨੀ ਕਿਰਕਰੀ ਹੋ ਰਹੀ ਹੈਗੀ ਆ, ਉਹ ਉਸ ਚੀਜ਼ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿੰਨੇ ਕੁ ਜ਼ਿਆਦਾ ਬਦਨਾਮ ਹੋ ਰਹੇ ਹਾਂ। ਇਹ ਨਹੀਂ ਕਿ ਜਿਹੜੇ ਲੋਕ ਤੁਹਾਡੀ ਸਿਫਤ ਕਰਦੇ ਨੇ ਜਾਂ ਜਿਨ੍ਹਾਂ ਨਾਲ ਤੁਸੀਂ ਆ ਕੇ ਗਲ ਬੱਕਣੀਆਂ ਪਾਉਂਦੇ ਹੋ ਜਾਂ ਤੁਹਾਡੀ ਉਹ ਤੁਹਾਡੇ ਵਾਸਤੇ ਰੈੱਡ ਕਾਰਪੇਟ ਵਿਛਾਉਂਦੇ ਨੇ ਜਾਂ ਤੁਹਾਡੇ ਨਾਲ ਉਹ ਇਸ ਤਰ੍ਹਾਂ ਕਰਦੇ ਨੇ, ਇਹ ਸਾਰਾ ਕੁਛ ਜਿਹੜਾ ਹੈ ਪ੍ਰੋਟੋਕਾਲ 'ਚ ਹੁੰਦਾ, ਇਹ ਸਾਰਾ ਕੁਛ ਸੁਭਾਵਿਕ ਹੀ ਹੁੰਦਾ, ਇਹ ਚੀਜ਼ਾਂ ਕਰਨੀਆਂ ਹੁੰਦੀਆਂ ਨੇ, ਹਰ ਕੰਟਰੀ ਨੇ ਕਰਨੀਆਂ ਹੁੰਦੀਆਂ ਨੇ। ਫਿਰ ਤੁਸੀਂ ਚਲੋ ਉਹਨੂੰ ਤੁਸੀਂ ਦਿਖਾਉਂਦੇ ਹੋ ਜੀ ਸਾਡੀ ਤਾਂ ਜੀ ਅਮਰੀਕਾ ਦੇ ਨਾਲ ਇਸ ਟਾਈਮ ਦੇ ਉੱਤੇ ਬੜੀ ਇੱਕਮਿਕ ਹੈਗੀ ਆ। ਇਹ ਗੱਲ ਮੈਂ ਤੁਹਾਨੂੰ ਇੱਕ ਦਰਸ਼ਕੋ ਸਾਂਝੀ ਕਰਨੀ ਚਾਹਾਂਗੇ ਕਿ ਦੇਖੋ ਇਹਨਾਂ ਦੀ ਵਿਚਾਰਧਾਰਕ ਸਾਂਝ ਤਾਂ ਹੋ ਸਕਦੀ ਹੈਗੀ ਆ, ਪਰ ਇੱਕ ਕਥਾ ਹੀ ਆਪਾਂ ਨੂੰ ਇਹ ਚੀਜ਼ ਨਹੀਂ ਸਮਝਣੀ ਚਾਹੀਦੀ ਕਿ ਕਦੀ ਵੀ ਸਾਨੂੰ ਇਹ ਚੀਜ਼ ਨੂੰ ਆਪਣੇ ਅੰਦਰ, ਆਪਣੇ ਦਿਲ ਅੰਦਰ, ਆਪਣੇ ਦਿਮਾਗ ਅੰਦਰ ਵਸਾ ਨਹੀਂ ਲੈਣਾ ਚਾਹੀਦਾ ਕਿ ਇਹਨਾਂ ਨੂੰ ਇੰਟਰਨਲੀ ਤੌਰ ਦੇ ਉੱਤੇ ਇਹ ਲੋਕ ਜਿਹੜੇ ਬਾਹਰ ਜਿੱਥੇ ਵਾਈਟ ਸੁਪਰਾਮੇਸੀ ਦੀ ਮੈਂ ਗੱਲ ਕਰਦਾ ਹਾਂਗਾ, ਇਹ ਲੋਕ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਪਸੰਦ ਕਰਦੇ ਹੈਗੇ ਨੇ। ਹਾਂ, ਉੱਤੋਂ ਦਿਖਾਉਣ ਦੇ ਨਾਲ ਇਹ ਕਹਿ ਸਕਦੇ ਹੈਗੇ ਆ ਕਿ ਜਦੋਂ ਇੱਕ ਕੈਟਾਗਰੀ ਬਣ ਜਾਂਦੀਆਂ ਨੇ, ਜਦੋਂ ਇੰਟਰਨੈਸ਼ਨਲੀ ਲੋਕ ਵਿਚਰਦੇ ਨੇ, ਤੇ ਕਈ ਵਾਰੀ ਤੁਸੀਂ ਦੇਖਿਆ ਹੁੰਦਾ ਕਿ ਕਈ ਵਾਰੀ ਅਸੀਂ ਕੁਝ ਲੋਕਾਂ ਨੂੰ ਪਸੰਦ ਵੀ ਨਾ ਕੋਈ ਕਰਦੇ ਹੋਣ ਇੱਕ ਦੂਸਰੇ ਨੂੰ, ਪਰ ਜਿੱਥੇ ਤੁਹਾਡੀ ਵਿਚਾਰਧਾਰਕ ਸਾਂਝ ਹੋਵੇ, ਜਿੱਥੇ ਤੁਹਾਡੀ ਵਿਚਾਰਧਾਰਾ ਉਸ ਵਰਗੀ ਹੋਵੇ ਜਾਂ ਉਹਦੇ ਵਰਗੀ ਜਿਹੜੀ ਹੈ ਉਹ ਤੁਹਾਡੀ ਅੰਦਰਲੀ ਆਈਡੀਓਲੋਜੀ ਹੋਵੇ, ਤਾਂ ਤੁਸੀਂ ਉਸ ਕਤਾਰ 'ਚ ਖੜੋਗੇ। ਤੁਸੀਂ ਉਹ ਫਿਰ ਉਹ ਅਣਜਾਣੇ 'ਚ ਜਾਂ ਉਹਨਾਂ ਦੀ ਮਜਬੂਰੀ ਖਾਤਰ ਜਾਂ ਇੱਕ ਦੂਸਰੇ ਕੋਲੋਂ ਫਾਇਦਾ ਪੋਲੀਟੀਕਲ ਮਾਈਲੇਜ ਲੈਣ ਦੀ ਖਾਤਰ, ਇੰਟਰਨੈਸ਼ਨਲੀ ਲੋਕਾਂ ਨੂੰ ਇਹ ਦਿਖਾਉਣ ਦੀ ਖਾਤਰ ਤੁਸੀਂ ਉਸ ਕੈਟਾਗਰੀ 'ਚ ਖੜ ਕੇ ਤੇ ਉਹਨਾਂ ਨਾਲ ਹੱਥ ਵੀ ਮਿਲਾਉਂਦੇ ਹੋ, ਉਹਨਾਂ ਨਾਲ ਜੱਫੀਆਂ ਵੀ ਪਾਉਂਦੇ ਹੋ। ਲੇਕਿਨ ਇੰਟਰਨਲੀ ਇਹ ਸਾਰਾ ਕੁਛ ਇਹਨਾਂ ਲੋਕਾਂ ਨੂੰ ਪਤਾ ਤੇ ਹੁੰਦਾ, ਲੇਕਿਨ ਇਹ ਲੋਕਾਂ ਨੂੰ ਇੱਕ ਲੋਕ ਦਿਖਾਵਾ ਜ਼ਰੂਰ ਕਰਦੇ ਹੈਗੇ ਨੇ ਕਿ ਦੇਖੋ ਜੀ ਸਾਡੇ ਤਾਂ ਬਹੁਤ ਜਿਹੜੇ ਨੇ ਉਹ ਵਧੀਆ ਸੰਬੰਧ ਜਿਹੜੇ ਨੇ ਹੈਗੇ ਨੇ। ਸੋ ਇਹ ਇਹਨਾਂ ਦੀ ਇੱਕ ਵਿਚਾਰਧਾਰਕ ਸਾਂਝ ਕਰਕੇ ਇਹ ਚੀਜ਼ਾਂ ਜਿਹੜੀਆਂ ਇੰਟਰਨੈਸ਼ਨਲੀ ਸਾਡੇ ਕੁਛ ਮੀਡੀਆ ਕਰਮੀ ਜਿਹੜੇ ਇਹਨਾਂ ਦੇ ਭਗਤ ਨੇ, ਉਹ ਦੇਖੋ ਜੀ ਉਹ ਕਿਤੇ ਟਰੰਪ ਨਾਲ ਪਈ ਹੋਈ ਜੱਫੀ ਨੂੰ ਕਿਤੇ ਰਾਈਟ ਐਂਗਲ ਤੋਂ, ਕਿਤੇ ਲੈਫਟ ਐਂਗਲ ਤੋਂ, ਕਿਤੇ ਫਰੰਟ ਐਂਗਲ ਤੋਂ, ਕਿਤੇ ਬੈਕ ਐਂਗਲ ਤੋਂ, ਮੈਂ ਕਹਿੰਦਾ ਕਿਤੇ ਕੋਈ ਡਰੋਨ ਦੇ ਨਾਲ, ਕਿੱਥੋਂ ਇਹ ਉਹਨੂੰ ਜਿਹੜਾ ਹੈ ਬਾਰ ਪੋਸਟ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਇਹ ਦਿਖਾਉਣ ਵਾਸਤੇ ਕਿ ਦੇਖੋ ਸਾਡੀ ਜਿਹੜੀ ਜਾਰੀ ਆ ਜਾਂ ਸਾਡੇ ਜਿਹੜੇ ਸੰਬੰਧ ਨੇ ਉਹ ਜਿਹੜੇ ਵਰਲਡ ਦੀ ਜਿਹੜੀ ਵੱਡੀ ਪਾਵਰ ਆ ਉਹਦੇ ਨਾਲ ਸਾਡੀ ਜਿਹੜੀ ਆ ਉਹ ਬਣਦੀ ਆ, ਉਹ ਵੀ ਸਾਨੂੰ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਸਾਡੀ ਆਓ ਭਗਤ ਇੱਜ਼ਤ ਮਾਣ ਕਰਦੇ ਨੇ। ਉਹ ਤੇ ਗਲੋਬਲੀ ਤਾਂ ਪਤਾ ਹੀ ਆ, ਇੰਟਰਨੈਸ਼ਨਲੀ ਤਾਂ ਪਤਾ ਹੀ ਆ, ਅਸਲੀਅਤ ਤਾਂ ਪਤਾ ਹੁੰਦੀ ਹੈ ਨਾ, ਅਸਲੀਅਤ ਤੋਂ ਤੇ ਇਨਸਾਨ ਭੱਜ ਨਹੀਂ ਸਕਦਾ ਹੁੰਦਾ, ਲੇਕਿਨ ਉਹਨੂੰ ਪ੍ਰਚਾਰਿਆ ਇੱਦਾਂ ਜਾ ਰਿਹਾ ਹੁੰਦਾ, ਉਹਨੂੰ ਪਸਾਰਿਆ ਇੱਦਾਂ ਜਾ ਰਿਹਾ ਹੁੰਦਾ। ਤੇ ਇਹ ਕੀ ਗੱਲ, ਜਦੋਂ ਇਸ ਸਾਲ ਡੋਨਲਡ ਟਰੰਪ ਉੱਥੇ ਗਿਆ ਸੀਗਾ
ਜਾਂ ਇਹ ਜਦੋਂ ਉੱਥੇ ਵਿਜ਼ਿਟ ਕੋਈ ਕਰਦਾ ਹੈਗਾ, ਕੋਈ ਮਹਾਨ ਹਸਤੀ ਲਾ ਲਓ ਜਾਂ ਕੋਈ ਗਲੋਬਲੀ ਕੋਈ ਇਹੋ ਜਿਹੀ ਹਸਤੀ ਲਾ ਦਿਓ। ਹੁਣ ਡੋਨਲਡ ਟਰੰਪ ਹੋਣਾ ਦੇ ਜਾਣ ਦੇ ਉੱਤੇ ਕੀ ਹੋਇਆ ਕਿ ਭਾਵੇਂ ਉਹ ਕੰਧਾਂ ਕਰਕੇ ਟੈਂਪਰੇਰੀ ਉਹ ਝੁੱਗੀਆਂ ਢੱਕ ਦਿੱਤੀਆਂ ਗਈਆਂ, ਕੀ ਡੋਨਲਡ ਟਰੰਪ ਹੋਣੀ ਇਹ ਨਹੀਂ ਜਾਣਦੇ ਹੈਗੇ ਵੀ ਇੱਥੇ ਕਿੰਨੇ ਲੋਕ ਝੁੱਗੀਆਂ 'ਚ ਰਹਿੰਦੇ ਆ? ਕਿ ਡੋਨਲਡ ਟਰੰਪ ਹੋਣੀ ਕਦੀ ਸੋਸ਼ਲ ਮੀਡੀਆ ਨਹੀਂ ਦੇਖਦੇ? ਉਹਨਾਂ ਕੋਲ ਇੰਟੈਲੀਜੈਂਸ ਹੀ ਨਹੀਂ ਹੈਗੀ, ਉਹਨਾਂ ਕੋਲ ਕੋਈ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਕਿ ਜਾਂ ਉਹ ਕਿਸੇ ਹੋਰ ਗ੍ਰਹਿ ਤੇ ਰਹਿੰਦੇ ਨੇ ਜਿੱਥੇ ਇਹ ਨਾ ਪਤਾ ਲੱਗਦਾ ਹੋਵੇ ਕਿ ਭਾਈ ਇੰਡੀਆ ਦੇ ਵਿੱਚ ਚੱਲ ਕੀ ਰਿਹਾ, ਹੋ ਕੀ ਰਿਹਾ, ਤੇ ਕਿੱਦਾਂ ਦਾ ਉਹ ਇਹ ਲੋਕਾਂ ਦੇ ਨਾਲ ਜਿਹੜਾ ਹੈ ਉਹ ਵਰਤਾਰਾ ਕਰ ਰਹੇ ਨੇ, ਜਾਂ ਕਿੱਦਾਂ ਇਹ ਲੋਕਾਂ ਦੇ ਨਾਲ ਵਿਚਰ ਰਹੇ ਨੇ, ਕਿੱਦਾਂ ਦੀ ਇਹ ਲੋਕ ਇਹਨਾਂ ਨੂੰ ਕਿੰਨਾ ਕੁ ਪਸੰਦ ਕਰਦੇ ਨੇ, ਕਿਹੜਾ ਧੱਕਾ ਇਹ ਕਰ ਰਹੇ ਹੈਗੇ ਨੇ। ਸੋ ਸਭ ਕੁਝ ਇੱਕ ਦੂਸਰੇ ਦੀ ਕੰਟਰੀ ਜਿਹੜੀ ਹੈਗੀ ਆ ਉਹ ਪਤਾ ਤਾਂ ਹੁੰਦਾ ਹੀ ਆ। ਜੇ ਤੁਹਾਡੇ ਲੋਕ ਬਾਹਰ ਤੁਹਾਡੀਆਂ ਏਜੰਸੀਜ਼ ਦੇ ਬੰਦੇ ਕੰਮ ਕਰਦੇ ਨੇ ਤੇ ਉਹਨਾਂ ਦੀਆਂ ਏਜੰਸੀਜ਼ ਦੇ ਬੰਦੇ ਵੀ ਤਾਂ ਕੰਮ ਕਰਦੇ ਨੇ। ਅਸਲੀਅਤ ਉਹਨਾਂ ਕੋਲ ਵੀ ਹੁੰਦੀ ਆ, ਉਹਨਾਂ ਕੋਲ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਅਸਲੀਅਤ ਹੁੰਦੀ ਆ। ਤੁਹਾਡੇ ਤਾਂ ਪੋਤੜੇ ਤੱਕ ਉਹਨਾਂ ਨੇ ਫੋਲ ਕੇ ਰੱਖੇ ਹੋਏ ਨੇ ਕਿ ਜਿਹੜੇ ਉਹ ਜਦੋਂ ਮਰਜ਼ੀ ਉਜਾਗਰ ਜਿਹੜੇ ਨੇ ਉਹ ਕਰ ਸਕਦੇ ਹੈਗੇ ਨੇ। ਸੋ ਇਹ ਇੱਕ ਵਿਚਾਰਧਾਰਕ ਸਾਂਝ ਤਾਂ ਹੋ ਸਕਦੀ ਆ। ਤੁਸੀਂ ਗਲੋਬਲੀ ਕਿੱਥੇ ਖੜੇ ਹੋ? ਮੈਂ ਤਾਂ ਅੱਜ ਗੱਲ ਜਿਹੜੀ ਉਹ ਇਹ ਕਰਨਾ ਚਾਹ ਰਿਹਾ ਸੀਗਾ ਕਿ ਅਸਲੀਅਤ ਜਿਹੜੀ ਇਹਨਾਂ ਲੋਕਾਂ ਦੀ ਇਹ ਹੈਗੀ ਆ, ਇਹ ਰਿਪੋਰਟ ਨਾ ਤਾਂ ਮੈਂ ਕਿਤੇੋਂ ਕੋਈ ਆਪਣੇ ਕੋਲੋਂ ਕ੍ਰੀਏਟ ਕੀਤੀ ਆ, ਨਾ ਹੀ ਕਿਸੇ ਹੋਰ ਬੰਦੇ ਨੇ ਕ੍ਰੀਏਟ ਕੀਤੀ ਹੈਗੀ ਆ। ਇਹ ਤਾਂ ਇੰਟਰਨੈਸ਼ਨਲੀ ਪ੍ਰਿੰਟ ਹੋਈ ਰਿਪੋਰਟ ਆ ਜਿਹੜੀ ਕੋਈ ਵੀ ਬੰਦਾ ਜਾ ਕੇ ਦੇਖ ਸਕਦਾ ਹੈਗਾ। ਤੁਸੀਂ ਇੰਟਰਨੈਟ ਦੇ ਉੱਤੇ ਸਰਚ ਮਾਰੋ, ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਜੋ ਮੈਂ ਤੁਹਾਨੂੰ ਫਿਗਰ ਦਿੱਤੀ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਆਪਣੇ ਲੋਕਾਂ ਨਾਲ, ਮੈਂ ਉਹਨਾਂ ਲੋਕਾਂ ਨੂੰ ਵੀ ਤਾਂ ਕਰਕੇ ਬਾਰ-ਬਾਰ ਇਹ ਕਹਿਣਾ ਚਾਹ ਰਿਹਾ ਕਿ ਝੂਠ ਦੇ ਸੁਪਨਿਆਂ ਦੇ ਵਿੱਚ ਆਪਣੇ ਆਪ ਨੂੰ ਨਾ ਰੱਖੋ। ਉਹਨਾਂ ਲੋਕਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦਾ ਕਿ ਇੰਨਾ ਬਲਾਈਂਡ ਫੇਥ ਇਹਨਾਂ ਲੋਕਾਂ ਦਾ ਨਾ ਕਰੋ, ਕਿਉਂਕਿ ਤੁਸੀਂ ਇਹਨਾਂ ਨੂੰ ਤਾਂ ਰੱਬ ਬਣਾ ਕੇ ਪੂਜ ਰਹੇ ਹੋ। ਰੱਬ ਵਰਗਾ ਤੁਸੀਂ ਇਹਨਾਂ ਨੂੰ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਹੋ, ਦਰਜਾ ਦੇਣ ਦੀ ਕੋਸ਼ਿਸ਼ ਕਰਦੇ ਹੋ। ਜਿਨ੍ਹਾਂ ਦੀ ਇਹਨੇ ਪਟੇਲ ਦੀ ਮੂਰਤੀ ਬਣਾਤੀ, ਉਸ ਬੰਦੇ ਦਾ ਤੁਸੀਂ ਰੈਕਡ ਤਾਂ ਕੱਢ ਕੇ ਦੇਖੋ ਕਿ ਕਿੰਨੀ ਉਹਨਾਂ ਦੇ ਵਿੱਚ ਨਫ਼ਰਤ, ਕਿੰਨੀ ਉਹਨਾਂ ਬੰਦਿਆਂ ਦੇ ਵਿੱਚ ਅਕਿਰਤਘਨਤਾ, ਕਿੰਨੀ ਉਹਨਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਸੀਗੀਆਂ। ਤੇ ਉਹ ਲੋਕਾਂ ਦੀਆਂ ਮੂਰਤੀਆਂ ਹੁਣ ਜੇ ਫਿਰ ਕੋਈ ਗਲਤ ਨਾ ਇਸ ਚੀਜ਼ ਨੂੰ ਲੈ ਸਕੇ, ਹਿੰਦੂ ਧਰਮ ਦੇ ਵਿੱਚ ਮੂਰਤੀ ਪੂਜਾ ਨੂੰ ਜਿਹੜਾ ਹੈ ਉਹ ਮੰਨਿਆ ਗਿਆ ਪੂਰਨ ਤੌਰ ਦੇ ਉੱਤੇ। ਸੋ ਤੁਸੀਂ ਇਹ ਦੇਖੋ ਕਿ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਪਟੇਲ ਦੀ ਮੂਰਤੀ ਦੇ ਉੱਤੇ ਮੱਥਾ ਟੇਕਿਆ ਕਰ ਰਹੀਆਂ ਜਾ ਕੇ। ਹੁਣ ਕੋਈ ਇੰਟਰਨੈਸ਼ਨਲੀ ਕੋਈ ਸੈਲਾਨੀ ਜਾ ਸਕਦਾ, ਕੋਈ ਜਿਹੜਾ ਉੱਥੇ ਵਿਜ਼ਟਰ ਗਿਆ ਹੈਗਾ, ਉਹ ਤਾਂ ਚਲੋ ਇੱਕ ਫੋਟੋ ਖਿੱਚ ਕੇ ਲਾਇਆ ਫਨ ਦੇ ਤੌਰ ਤੇ, ਉੱਤੇ ਖਿੱਚ ਕੇ ਲਾਇਆ, ਉਹ ਤੇ ਗੱਲ ਅਲੱਗ ਆ, ਉਹ ਤੇ ਦੇਖਣ ਗਿਆ ਉੱਥੇ ਅਲੱਗ ਆ। ਲੇਕਿਨ ਤੁਹਾਨੂੰ ਕਿਹੜੇ ਰਸਤੇ ਪਾ ਰਹੇ ਨੇ? ਤੁਹਾਨੂੰ ਤੇ ਹੌਲੀ ਹੌਲੀ ਨੱਥੂਰਾਮ ਗੋਡਸੇ ਦਾ ਜਿਹੜਾ ਮੰਦਿਰ ਇੱਕ ਬਣਿਆ, ਕੱਲ ਨੂੰ 4 ਹੋਰ 10 20 ਹੋਰ ਬਣ ਜਾਣਗੇ ਅਗਲੇ ਸਮੇਂ ਦੇ ਵਿੱਚ ਆ ਕੇ। ਤੇ ਤੁਸੀਂ ਜਿਹੜੇ ਨੇ ਉਹ ਨੱਥੂਰਾਮ ਗੋਡਸੇ ਦੇ ਜਿਹੜਾ ਹੈ ਉਹਦੇ ਤੁਹਾਡੀ ਜਨਰੇਸ਼ਨਾਂ ਜਿਹੜੀਆਂ ਨੇ ਤੀਜੀ ਚੌਥੀ ਜਿਹੜੀ ਆਉਣ ਵਾਲੀ ਆ, ਉਹ ਆ ਕੇ ਉਹ ਤਾਂ ਇਹ ਭੁੱਲ ਗਏ। ਇਹ ਲੋਕਾਂ ਦਾ ਮਾਈਨੋਰਟੀਜ਼ ਦੇ ਇਤਿਹਾਸ ਨੂੰ ਤਾਂ ਇਹ ਖਤਰਾ ਹੈ ਹੀ ਹੈ ਨੇ। ਸਭ ਤੋਂ ਵੱਡਾ ਖਤਰਾ ਇਹ ਤੁਹਾਡੇ ਧਰਮ ਵਾਸਤੇ ਹੈ ਨੇ। ਤੁਸੀਂ ਅਗਰ ਇਹਨਾਂ ਨੂੰ ਧਿਆਨ ਦੇ ਨਾਲ ਦੇਖੋ ਤੇ ਜੇ ਕਰਨੀਆਂ ਨੇ ਅੱਖਾਂ ਬੰਦ, ਜੇ ਜੈ ਮੋਦੀ ਕਰਨਾ, ਜੈ ਇਹਨਾਂ ਦਾ ਸਾਰੇ ਲਾਣੇ ਨੂੰ ਹੀ ਜੈ ਕਰਨਾ, ਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਵਾਸਤੇ ਵੀ ਇਹ ਜਿਹੜਾ ਖੱਡਾ ਖੋਦ ਰਹੇ ਨੇ ਉਹਦੇ 'ਚ ਤੁਸੀਂ ਖੁਦ ਹੀ ਡਿੱਗਦੇ ਪਏ ਹੋ। ਤੇ ਇਹ ਤੁਹਾਨੂੰ ਵੀ ਇਹ ਮਤ ਸਮਝਿਓ ਜਿਹੜੀਆਂ ਕੌਮਾਂ ਗੁਲਾਮ ਨਹੀਂ ਰਹਿਣਾ ਸਿੱਖੀਆਂ ਹੁੰਦੀਆਂ, ਜਿਨ੍ਹਾਂ ਨੇ ਨਜ਼ਰਾਂ ਝੁਕਾ ਕੇ ਨਹੀਂ ਸਿੱਖਿਆ ਹੁੰਦਾ ਚੱਲਣਾ, ਉਹ ਲੋਕਾਂ ਨੇ ਤਾਂ ਫਿਰ ਆਜ਼ਾਦ ਹੋ ਜਾਣਾ। ਲੇਕਿਨ ਤੁਹਾਨੂੰ ਇਹਨਾਂ ਲੋਕਾਂ ਨੇ ਇਹੋ ਜਿਹੀ ਗੁਲਾਮੀ 'ਚ ਸਿੱਟ ਕੇ ਜਾਣਾ। ਮੈਨੂੰ ਲੱਗਦਾ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਮੁੜ ਕੇ ਕਦੀ ਜ਼ਿੰਦਗੀ ਦੇ ਵਿੱਚ, ਕਿਉਂਕਿ ਤੁਹਾਡਾ ਫਿਰ ਕੋਈ ਆਧਾਰ ਤਾਂ ਰਹਿ ਨਹੀਂ ਜਾਣਾ, ਤੇ ਤੁਹਾਨੂੰ ਗੁਲਾਮੀ ਤੋਂ ਛੁਟਕਾਰਾ ਕੌਣ ਦਿਵਾਏਗਾ? ਇਹ ਦਿਵਾਉਣਗੇ ਤੁਹਾਨੂੰ, ਇਹਨਾਂ ਦੇ ਗਾਂ ਪੈਰੋਪਕਾਰ ਦਿਵਾਉਣਗੇ ਜਿਨ੍ਹਾਂ ਦਾ ਕੋਈ ਕਰੈਕਟਰ ਹੀ ਨਹੀਂ ਹੈ, ਜਿਨ੍ਹਾਂ ਲੋਕਾਂ ਦਾ ਕੋਈ ਜੀਵਨ ਹੀ ਨਹੀਂ ਹੈ, ਜਿਨ੍ਹਾਂ ਲੋਕਾਂ ਦਾ ਸਿਰਫ ਝੂਠ ਦੇ ਪਲੰਦਿਆਂ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ ਹੈ।
ਤੇ ਉਹ ਲੋਕ ਤੁਹਾਨੂੰ ਇਨਸਾਫ ਦਿਵਾਉਣਗੇ, ਉਹ ਲੋਕ ਤੁਹਾਨੂੰ ਇੰਟਰਨੈਸ਼ਨਲੀ ਰਿਕੋਗਨਾਈਜੇਸ਼ਨ ਦਿਵਾਉਣਗੇ, ਉਹ ਤੁਹਾਨੂੰ ਗਲੋਬਲੀ ਮੈਪ ਦੇ ਉੱਪਰ ਕਿਤੇ ਉੱਪਰ ਲੈ ਕੇ ਜਾਣਗੇ। ਇੰਡੀਵਿਜੂਅਲੀ ਤਾਂ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਸਕਸੈਸਫੁਲ ਹੁੰਦੇ ਨੇ, ਉਹ ਤਾਂ ਹੁੰਦੇ ਨੇ, ਪਰ ਲੇਕਿਨ ਜਦੋਂ ਤੁਸੀਂ ਆਪਣੇ ਕਮਿਊਨਿਟੀ ਦੇ ਤੌਰ ਦੇ ਉੱਤੇ ਦੇਖਦੇ ਹੋ, ਤੁਸੀਂ ਆਪਣੇ ਬੇਸਿਕਸ ਦੇਖਦੇ ਹੋ, ਤੁਸੀਂ ਜਿਸ ਧਰਤੀ ਤੋਂ ਤੁਸੀਂ ਆਏ ਹੋ, ਜਿਸ ਧਰਤੀ ਨਾਲ ਤੁਸੀਂ ਜੁੜੇ ਹੋਏ ਹੋ, ਉਹਨੂੰ ਤੁਸੀਂ ਦੇਖਦੇ ਹੈਗੇ ਹੋ, ਤਾਂ ਫਿਰ ਤਾਂ ਤੁਹਾਨੂੰ ਦੇਖਣਾ ਹੀ ਪਏਗਾ, ਤੁਹਾਨੂੰ ਤੁਹਾਡੀ ਅਸਲੀ ਜਿਹੜਾ ਸਥਾਨ ਆ, ਜਿਹੜੀ ਅਸਲੀ ਸਥਿਤੀ ਆ, ਉਸ ਨੂੰ ਤਾਂ ਵਾਚਣਾ ਹੀ ਪਏਗਾ ਨਾ। ਸੋ ਗੱਲ ਇਹ ਚੱਲ ਰਹੀ ਸੀ ਕਿ ਤੁਸੀਂ ਇਹ ਦੇਖੋ ਕਿ ਇਹਨਾਂ ਦਾ 96ਵਾਂ ਨੰਬਰ ਆ, ਤੇ ਕਿੱਥੇ ਜਾ ਕੇ ਇਹ ਘੁੰਮ ਰਹੇ ਨੇ, ਕਿੱਥੇ ਤੁਹਾਨੂੰ ਇਹ ਮਤਲਬ ਰੀਅਲ ਸਿਚੁਏਸ਼ਨ ਤੋਂ ਕਿਤੇ ਦੂਰ ਜਿਹੜਾ ਹੈ ਉਹ ਸਿੱਟ ਰਹੇ ਹੈਗੇ ਨੇ। ਲੇਕਿਨ ਤੁਸੀਂ ਉਸਦੇ ਉਲਟ ਦੇਖੋ, ਜਿਹੜੀ ਕਿ ਮੈਂ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ ਕਿ ਕਿਵੇਂ ਇਹ ਸਾਰਾ ਕੁਝ ਹੋਇਆ ਬੀਤਿਆ ਪਿਛਲੇ ਸਮੇਂ ਦੇ ਦੌਰਾਨ, ਤੇ ਅੱਜ ਜਿਹੜਾ ਹੈ ਉਹ ਕੀ ਹੋ ਰਿਹਾ, ਤੇ ਕਿਹੋ ਜਿਹੇ ਹਾਲਾਤ ਨੇ, ਤੇ ਕਿਹੋ ਜਿਹੀ ਸਿਚੁਏਸ਼ਨ ਇਸ ਟਾਈਮ ਦੇ ਉੱਤੇ ਬਣੀ ਹੋਈ ਆ। ਕਿਉਂਕਿ ਸਾਰਾ ਕੁਝ ਇਹ ਇੰਟਰਲੇਟ ਕਰਕੇ ਦੇਖਣ ਦੀ ਲੋੜ ਹੈਗੀ ਆ, ਕਿਉਂਕਿ ਸਮੱਸਿਆਵਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ, ਉਹ ਪੈਦਾ ਕੀਤੀਆਂ ਜਾਂਦੀਆਂ ਨੇ, ਉਹ ਤੁਹਾਨੂੰ ਇੱਕ ਸਿੰਪਟਮਸ ਦੇ ਰੂਪ ਦੇ ਵਿੱਚ ਦਿਖ ਰਹੀਆਂ ਹੁੰਦੀਆਂ ਨੇ, ਜਦੋਂ ਸਾਈਨ ਬਣ ਜਾਂਦਾ ਹੈਗਾ। ਲੇਕਿਨ ਐਂਡ ਆਫ ਦਾ ਡੇ ਸਾਨੂੰ ਸਿੰਪਟਮਸ ਹੀ ਰਿਮੂਵ ਕਰਨੇ ਪੈਂਦੇ ਨੇ, ਸਾਈਨ ਤਦ ਹੀ ਜਾਂਦੇ ਨੇ, ਕਿਉਂਕਿ ਸਾਈਨ ਬਹੁਤ ਬਾਅਦ 'ਚ ਆਉਂਦੇ ਨੇ, ਸਿੰਪਟਮਸ ਜਿਹੜੇ ਨੇ ਉਹ ਪਹਿਲਾਂ ਆ ਜਾਂਦੇ ਨੇ। ਸੋ ਜਿਹੜੇ ਇਹ ਸਿੰਪਟਮਸ ਸੀਗੇ, ਜੇ ਤਾਂ ਉਦੋਂ ਬਾਅਦ 'ਚ ਕਰ ਲੈਂਦੇ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਸੀ, ਪਰ ਲੇਕਿਨ ਅੱਜ ਸਿੰਪਟਮ ਜਿਹੜੇ ਨੇ ਉਹ ਸਾਈਨ ਬਣ ਕੇ ਸਾਡੇ ਸਾਹਮਣੇ ਆ ਰਹੇ ਨੇ, ਕਿਉਂਕਿ ਸਿੰਪਟਮ ਦਿਖਦੇ ਨਹੀਂ, ਸਾਈਨ ਜਿਹੜੇ ਨੇ ਉਹ ਦਿਖਦੇ ਹੁੰਦੇ ਨੇ। ਇਸ ਕਰਕੇ ਜਦੋਂ ਸਾਨੂੰ ਉਹ ਦਿਖ ਰਹੇ ਨੇ, ਫਿਰ ਅਸੀਂ ਅੱਜ ਜਿਹੜਾ ਹੈ ਉਹ ਸਾਡੇ ਕੋਲ ਕੋਈ ਸਾਡੇ ਹੱਥ ਵੱਸ ਨਹੀਂ ਰਹਿ ਗਿਆ, ਅਸੀਂ ਸੰਘਰਸ਼ ਦੇ ਰਾਹ ਜਿਹੜੇ ਉਹ ਦੁਬਾਰਾ ਪਏ ਹੈਗੇ ਆ। ਉਮੀਦ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਵਕਫੇ ਦਾ ਟਾਈਮ ਜਿਹੜਾ ਹੈ ਜੀ ਹੋ ਗਿਆ, ਆਪਾਂ ਨੂੰ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ। ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਜਿਹੜਾ ਹੈ ਉਹ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ। ਸੋ ਇੱਥੇ ਆਪਾਂ ਨੂੰ ਇੱਕ ਬ੍ਰੇਕ ਤੋਂ ਬਾਅਦ ਆਪਾਂ ਨੂੰ ਮਿਲਣਾ ਹੋਏਗਾ ਜੀ। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। मैं KS पाल लेके आ रहे हैं जी प्रोग्राम खुला सद्दा। सो खुला सद्दा दे विच गल्लां बातां होणगीਆਂ जी खुलियां। जेकर तुसी इस प्रोग्राम का हिस्सा बनना चाहते हो ਜਾਂ है ਤੁਹਾਡੇ 'ਚ ਕੋਈ टैलेंट, ਤੁਸੀਂ ਖਾਸ ਵਿਸ਼ੇ ਦੇ ਉੱਤੇ ਕੋਈ ਖਾਸ ਗੱਲਬਾਤ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। TV16 ਟੋਰਾਂਟੋ ਤੁਹਾਨੂੰ ਮੌਕਾ ਦੇ ਰਿਹਾ ਹੈ ਆਪਣੀ ਗੱਲਬਾਤ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ। ਸੋ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਸਾਨੂੰ ਈਮੇਲ ਕਰ ਸਕਦੇ ਹੋ tv16toronto@gmail.com ਤੇ, ਜਾਂ ਸਕਰੀਨ ਤੇ ਆ ਰਹੇ WhatsApp ਨੰਬਰ ਤੇ ਤੁਸੀਂ ਸਾਨੂੰ WhatsApp ਕਰੋ। ਸਾਡੀ ਟੀਮ ਤੁਹਾਨੂੰ ਜਲਦੀ ਤੋਂ ਜਲਦੀ ਸੰਪਰਕ ਕਰੇਗੀ। ਸੋ ਮਿਲਦੇ ਹਾਂ ਜੀ ਪ੍ਰੋਗਰਾਮ ਖੁੱਲਾ ਸੱਦਾ। TV16 टोरंटो देख रहे हैं दर्शकों को सत श्री अकाल। मैं केविन गुरबाल लेके आ रही हूँ प्रोग्राम मस्ती विद किड्स। अगर तुहाडी एज 5 to 14 है फिर तुसी इस प्रोग्राम विच पार्टिसिपेट कर सकते हो। अगर तुसी मेरे गेस्ट बनना चाहते हो contact tv16toronto@gmail.com। ਜਾਂ टेक्स्ट मैसेज और WhatsApp करो
647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਕਦੇ ਪੱਤਿਆਂ ਦੀ ਗੱਲ, ਕਦੇ ਟਾਣੀਆਂ ਦੀ ਗੱਲ, ਸਾਨੂੰ ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ, ਦੱਸ ਜਾ ਹਵਾਏ ਸਾਡੇ ਹਾਣੀਆਂ ਦੀ ਗੱਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਗਤਾਰ ਵੀਰ ਬਹੁਤ ਜਲਦ ਲੈ ਕੇ ਆ ਰਿਹਾ TV16 ਟੋਰਾਂਟੋ ਤੇ ਨਵਾਂ ਨਵੇਕਲਾ ਸੱਜਰੀ ਸਵੇਰ ਵਰਗਾ ਪ੍ਰੋਗਰਾਮ ਤੁਹਾਡੇ ਮਨੋਰੰਜਨ ਲਈ। ਤੇ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਵੱਖ-ਵੱਖ ਲੋਕੇਸ਼ਨਾਂ ਤੇ, ਜਿੱਥੇ ਬੁਲਾਵਾਂਗਾ ਤੁਹਾਨੂੰ ਤਿੰਨਾਂ ਪੰਜਾਬਾਂ ਦੇ ਪੰਜਾਬੀਆਂ ਨਾਲ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਤੇ ਤੁਹਾਡਾ ਆਪਣਾ ਪਰਦੇਸੀ ਪੰਜਾਬ। ਤੇ ਉੱਥੇ ਆਪਾਂ ਕਰਾਂਗੇ ਗੱਲਾਂ ਉਹਨਾਂ ਨਾਲ, ਉਹਨਾਂ ਦੇ ਦਿਲ ਦੀਆਂ, ਉਹਨਾਂ ਦੇ ਸੁਪਨਿਆਂ ਦੀਆਂ, ਉਹਨਾਂ ਦੇ ਇਸ਼ਾਵਾਂ ਦੀਆਂ। ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ 7:30 ਤੋਂ ਲੈ ਕੇ। ਸੋ ਬ੍ਰੇਕ ਤੋਂ ਬਾਅਦ ਦਰਸ਼ਕੋ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਸੋ ਖੁੱਲ੍ਹਾ ਸੱਦਾ ਦੇ ਵਿੱਚ ਅਸੀਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤਕਰੀਬਨ ਅਸੀਂ ਖੁੱਲ੍ਹੀਆਂ ਕਰਦੇ ਹਾਂ, ਔਰ ਕਰੰਟ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਅਸੀਂ ਕਰਦੇ ਹੈਗੇ ਆ ਤੁਹਾਡੇ ਨਾਲ। ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਦੀ ਕਰਿਆ ਕਰੋ TV16toronto@gmail.com ਦੇ ਉੱਤੇ ਜਾ ਕੇ। ਤੁਸੀਂ ਸਾਨੂੰ ਜਿਹੜਾ ਹੈ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ ਹੈਗੇ ਹੋ 905-872-5259 ਦੇ ਉੱਤੇ। ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ 6475281016 'ਤੇ। ਦੋਨਾਂ ਨੰਬਰਾਂ ਦੇ ਉੱਤੇ ਤੁਸੀਂ WhatsApp ਰਾਹੀਂ ਵੀ ਸਾਨੂੰ ਮੈਸੇਜ ਪਹੁੰਚਾ ਸਕਦੇ ਹੋ, ਔਰ WhatsApp ਕਾਲ ਵੀ ਕਰ ਸਕਦੇ ਹੈਗੇ ਹੋ। ਸੋ ਗੱਲਬਾਤ ਮੈਂ ਜਿਹੜਾ ਹੈ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੈਂ ਕਰ ਰਿਹਾ ਸੀਗਾ ਕਿ ਕੀ ਸਿਚੁਏਸ਼ਨ ਜਿਹੜੀ ਰਿਪੋਰਟ ਆਈ ਆ ਉਹਦੇ ਬਾਰੇ ਮੈਂ ਗੱਲਬਾਤ ਕੀਤੀ। ਸੋ 60ਵਿਆਂ ਦੇ ਵਿੱਚ ਦੇਖੋ ਕਹਿ ਸਕਦੇ ਹਾਂ ਆਪਾਂ ਕਿ ਉਦੋਂ ਜਿਹੜਾ ਹੈ 1960 ਦੇ ਕਰੀਬ ਇੱਕ ਕਿਸਮ ਦਾ ਜਿਹੜਾ ਇੰਡੀਆ ਸੀ ਉਹ 1 ਲੱਖ ਟਨ ਜਿਹੜਾ ਸੀਗਾ ਉਹ ਕਣਕ ਜਿਹੜੀ ਸੀ ਅਮਰੀਕਾ ਤੋਂ ਮੰਗਵਾਉਂਦਾ ਸੀਗਾ। ਤੁਸੀਂ ਇਹ ਦੇਖੋ ਕਿ ਉਸ ਟਾਈਮ ਦੇ ਉੱਤੇ ਕਿੰਨੀ ਆਪਾਂ ਦੇਖਦੇ ਨੇ ਆ ਕਿ ਕਿੰਨਾ ਇੱਕ ਵਾਰੀ ਜਿਹੜਾ ਹੈ ਉਹ ਬਿਲਕੁਲ ਕਾਲ ਵੀ ਪਿਆ ਇਸ ਚੀਜ਼ ਦੇ ਉੱਤੇ ਕਿ ਕਣਕ ਵੀ ਨਹੀਂ ਸੀ ਖਾਣ ਵਾਸਤੇ। ਹੁਣ ਮੈਂ ਤੁਹਾਨੂੰ ਅੱਜ ਦੀ ਜਿਹੜੀ ਫਿਗਰ ਦੱਸਾਂਗਾ ਕਿ ਤਕਰੀਬਨ 1.25 ਲੱਖ ਟਨ ਜਿਹੜਾ ਹੈ ਉਹ ਪੰਜਾਬ ਜਿਹੜਾ ਹੈ ਉਹ ਕੇਂਦਰ ਨੂੰ ਹਰ ਸਾਲ ਜਿਹੜਾ ਹੈ ਉਹ ਕਣਕ ਦਿੰਦਾ ਹੈਗਾ। 1.25 ਲੱਖ ਟਨ ਤਕਰੀਬਨ ਅਪਰੋਕਸੀਮੇਟਲੀ। ਸੋ ਬਾਕੀ ਸੂਬੇ ਜਿਹੜੇ ਨੇ ਉਹ ਅਲੱਗ ਹੋਣਗੇ। ਮੈਂ ਇਕੱਲੇ ਪੰਜਾਬ ਦੀ ਗੱਲ ਕਰਦਾ। ਝੋਨਾ ਥੋੜ੍ਹਾ ਜਿਹਾ, ਜਿਹੜੇ ਚੌਲ ਨੇ ਉਹ ਥੋੜ੍ਹੇ ਜਿਹੇ ਇਸ ਤੋਂ ਘੱਟ ਹੋਣਗੇ, 1 ਲੱਖ ਦੇ ਨੇੜੇ ਤੇੜੇ ਹੋਣਗੇ। ਐਗਜ਼ੈਕਟ ਫਿਗਰ ਨਹੀਂ ਹੈ ਲੇਕਿਨ ਨੇੜੇ ਤੇੜੇ ਹੋਏਗਾ, ਪਰ ਲੇਕਿਨ 1.25 ਲੱਖ ਤੋਂ ਥੋੜ੍ਹਾ ਜਿਹਾ ਘੱਟ ਦਿੰਦਾ ਸੀਗਾ। ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਜਿਹੜੀ ਇੰਨਾ ਇਹ ਪ੍ਰੋਡਿਊਸ ਕਰ ਰਿਹਾ, ਬਾਕੀ ਸਟੇਟਾਂ ਵੀ ਪ੍ਰੋਡਿਊਸ ਕਰ ਰਹੀਆਂ ਹੈਗੀਆਂ ਨੇ। ਸੋ ਇੱਥੇ ਸਵਾਲ ਇੱਕ ਇਹ ਬਣਦਾ ਹੈਗਾ ਕਿ ਜਿਹੜਾ ਇੰਡੀਆ ਦੇ ਵਿੱਚ ਹੱਲੇ ਤੱਕ ਵੀ ਭੁੱਖਮਰੀ ਹੈ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕੀ ਹੋ ਸਕਦਾ ਹੈਗਾ? ਆਪਾਂ ਇਕੱਲੇ ਪੰਜਾਬ ਸਟੇਟ ਨੂੰ ਦੇਖ ਲਈਏ ਤਾਂ ਚਲੋ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਨੂੰ ਵੀ ਦੇਖ ਲਈਏ, ਪੰਜਾਬ ਨੂੰ ਦੇਖ ਲਈਏ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਰਾਤ ਨੂੰ ਭੁੱਖਾ ਜਿਹੜਾ ਹੈ ਉਹ ਸੌਂਦਾ ਹੋਏਗਾ ਤਕਰੀਬਨ। ਨਹੀਂ ਤਾਂ ਗੁਰੂ ਮਹਾਰਾਜ ਦੀ ਕਿਰਪਾ, ਗੁਰੂ ਘਰਾਂ 'ਚ ਲੰਗਰ ਹੈ, ਕਿਤੇ ਹੋਰ ਬਹੁਤ ਕੁਛ ਹੈ। ਜਿਹੜੇ ਈਵਨ ਕਿ ਬੈਗਰਸ ਨੇ, ਜਿਹੜੇ ਲੋਕ ਮੰਗਤੇ ਵੀ ਨੇ, ਉਹ ਵੀ ਆਪਣਾ ਮੰਗ ਕੇ ਰੋਟੀ ਪੂਰਾ ਪੇਟ ਭਰ ਕੇ ਹੀ ਖਾ ਕੇ ਸੌਂਦੇ ਨੇ। ਲੇਕਿਨ ਬਾਕੀ ਜਿਹੜੇ ਸਟੇਟਾਂ ਦੇ ਵਿੱਚ ਬਿਲਕੁਲ ਅਸੀਂ ਵੀਡੀਓ ਜਦੋਂ ਦੇਖਦੇ ਹਾਂ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ ਕਿ ਜਿਹੜੇ ਉਹ ਵੀਡੀਓ ਦੇਖਦੇ ਹਾਂ, ਅਸੀਂ ਲੋਕ ਦੇਖਦੇ ਹੈਗੇ ਹਾਂ, ਇੰਡੀਆ ਦੀ ਉਹ ਪਿਕਚਰ ਦੇਖਦੇ ਹੈਗੇ ਕਿ ਜਿੱਥੇ ਬੱਚੇ ਜਿਹੜੇ ਨੇ ਵਿਚਾਰੇ ਉਹ ਗਾਰਬੇਜ ਯਾਨੀ ਕਿ ਰੂੜੀਆਂ ਤੋਂ ਚੁੱਕ ਕੇ ਉਹ ਲੋਕ ਜਿਹੜੇ ਨੇ ਉਹ ਖਾ ਰਹੇ ਹੁੰਦੇ ਨੇ। ਉੱਥੋਂ ਆਪਾਂ ਇੱਕ ਚੀਜ਼ ਦਾ ਅੰਦਾਜ਼ਾ ਲਗਾ ਲਈਏ ਕਿ ਉਹਨਾਂ ਲੋਕਾਂ ਤੱਕ ਫੂਡ ਇਸ ਇੰਡੀਅਨ ਗੌਰਮੈਂਟ ਜਿਹੜੀ ਹੈ ਉਹ ਪਹੁੰਚਾ ਨਹੀਂ ਸਕਦੀ, ਉਹਨਾਂ ਨੂੰ ਦੇ ਨਹੀਂ ਸਕਦੀ। ਸੋ ਜਦੋਂ ਤੁਹਾਡਾ ਇੰਡੀਆ 'ਚ ਪੈਦਾ ਹੋਣ ਵਾਲਾ ਬੱਚਾ ਭੁੱਖਾ ਸੌਂਏਗਾ ਤੇ ਉਹ ਮੈਨੂੰ ਇਹ ਦੱਸੋ ਕਿ ਉਹ ਦੇਸ਼ ਦੇ ਵਾਸਤੇ ਕੀ ਕਰ ਸਕਦਾ ਹੈਗਾ? ਕਿਹੋ ਜਿਹੇ ਦੇਸ਼ ਦੀ ਸਿਰਜਣਾ ਜਿਹੜੀ ਆ ਉਹ ਪਿਛਲੇ ਇੰਨੇ ਸਮੇਂ ਤੋਂ ਹੋ ਰਹੀ ਆ, ਤੇ ਇਸ ਟਾਈਮ ਦੇ ਉੱਤੇ ਆਪਾਂ ਇਹ ਸੋਚ ਸਕਦੇ ਹੈਗੇ ਆ ਕਿ ਇਹ ਜਿਹੜੀ ਇਹ ਸਿਰਜਣਾ ਇਹਨਾਂ ਨੇ ਕਰ ਦਿੱਤੀ ਜਾਂ ਇਹ ਹੋ ਰਹੀ ਆ
ਜਾਂ ਇਹ ਸਥਿਤੀਆਂ ਪੈਦਾ ਹੋ ਰਹੀਆਂ ਹੈਗੀਆਂ ਨੇ ਉਹ ਜਿਹੜੀਆਂ ਨੇ ਉਹ ਇਹਨਾਂ ਵੱਲੋਂ ਕੀਤੀਆਂ ਗਈਆਂ ਜਾਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਜਾਂ ਇਹ ਧਿਆਨ ਦੇਣਾ ਨਹੀਂ ਚਾਹੁੰਦੇ। ਸਵਾਲ ਇਹ ਬਹੁਤ ਵੱਡੇ ਨੇ, ਲੇਕਿਨ ਗੱਲ ਕੀ ਹੈ ਕਿ ਇਹਨਾਂ ਸਵਾਲਾਂ ਨੂੰ ਕਰੇ ਕੌਣ? ਕਿਉਂਕਿ ਅਸੀਂ ਤਾਂ ਜਿਹੜਾ ਉੱਥੇ ਦਿੱਲੀ ਤਖਤ ਤੇ ਬੈਠ ਜਾਂਦਾ, ਚਾਹੇ ਉਹ ਕਿਸੇ ਵੀ ਸਰਕਾਰ ਦਾ ਕੋਈ ਪ੍ਰਾਈਮ ਮਿਨਿਸਟਰ ਹੋਵੇ, ਅੱਜ ਵਾਲਿਆਂ ਨੂੰ ਤਾਂ ਬਿਲਕੁਲ ਹੀ ਉਹ ਕੈਟਾਗਰੀ ਸਿੱਟ ਦਿੱਤਾ ਗਿਆ ਕਿ ਉਹ ਰੱਬ ਹੈ। ਮੈਂ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਦੇਖ ਰਿਹਾ ਸੀਗਾ, ਕਿਸੇ ਨੇ ਬੜੇ ਵਧੀਆ ਉਸ ਪੋਸਟ ਦੇ ਵਿੱਚ ਪਾਇਆ ਸੀ ਕਿ ਇੰਨੇ ਤਾਂ ਅਮਰੀਸ਼ ਪੁਰੀ ਨੇ ਨੈਗੇਟਿਵ ਕਰੈਕਟਰ ਕਰਕੇ ਜਿਹੜੀਆਂ ਇੰਨੀਆਂ ਡਰੈਸ ਜਾਂ ਇੰਨੇ ਭੇਸ ਨਹੀਂ ਬਦਲੇ ਹੋਣੇ ਜਿੰਨੇ ਇਹਨੇ ਨਰਿੰਦਰ ਮੋਦੀ ਨੇ ਬਦਲਨੇ ਨੇ। ਤੁਸੀਂ ਇਹਦੇ ਦੇਖੋ, ਕਦੀ ਕਿਸੇ ਰੂਪ 'ਚ ਹੁੰਦਾ, ਕਦੀ ਦਾੜੀ ਵਧਾ ਲਈ, ਕਦੀ ਘਟਾ ਲਈ, ਕਦੀ ਕੁਛ ਕਰ ਲਿਆ, ਕਦੀ ਡਰਾਮੇ ਦੁਨੀਆ ਭਰ ਦੇ ਨਟੰਕੀਆਂ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਮੈਂ ਕਹਿਣਾ ਚਾਹਾਂਗਾ ਬਹੁਤ ਗਿਣਤੀ ਦੇ ਜਿਹੜੀ ਅਲੀਟ ਕਲਾਸ ਆ ਜਾਂ ਬਹੁਤ ਗਿਣਤੀ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਬੰਦੇ ਨੇ, ਕੀ ਉਹ ਲੋਕ ਇਸ ਚੀਜ਼ ਨੂੰ ਵਾਚ ਨਹੀਂ ਕਰਦੇ ਜਾਂ ਵਾਚ ਕਰਕੇ ਸਿਰਫ ਭਗਤੀ ਦੇ ਵਿੱਚ ਲੀਨ ਨੇ ਕਿ ਅਸੀਂ ਮੋਦੀ ਦੇ ਭਗਤਾਂ ਤੇ ਜੋ ਵੀ ਇਹ ਕਰ ਰਿਹਾ ਉਹਦੇ ਵਾਸਤੇ ਸਾਡੇ 7 ਬਚਨ ਨੇ। ਇਹ ਚੀਜ਼ ਜਿਹੜੀ ਆ, ਇਹ ਚੀਜ਼ ਤੁਹਾਨੂੰ ਡਿਜੈਸਟ ਕਿਵੇਂ ਹੁੰਦੀ ਆ? ਇਹ ਚੀਜ਼ ਤੁਹਾਨੂੰ ਇਹ ਚੀਜ਼ ਨੂੰ ਤੁਸੀਂ ਪਚਾ ਕਿਵੇਂ ਲੈਂਦੇ ਹੋ? ਇਹ ਚੀਜ਼ ਨੂੰ ਤੁਸੀਂ ਬਰਦਾਸ਼ਤ ਕਿਵੇਂ ਕਰ ਲੈਂਦੇ ਹੋ? ਇਹ ਚੀਜ਼ ਨੂੰ ਤੁਸੀਂ ਵੇਖ ਕੇ ਅਣਗੌਲਿਆ ਕਿਵੇਂ ਕਰ ਲੈਂਦੇ ਹੋ? ਇੰਨੇ ਜ਼ਿਆਦਾ ਸਵਾਲ ਇੱਕ ਆਮ ਜਿਹੜਾ ਇਨਸਾਨ ਆ ਉਹਨੂੰ ਵੀ ਪੁੱਛੋ, ਉਹਦੇ ਵੀ ਆਉਂਦੇ ਹੈਗੇ ਆ। ਪਰ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਇਹ ਚੀਜ਼ਾਂ ਨੂੰ ਦੇਖ ਰਿਹਾ ਜਾਂ ਪੜ੍ਹਿਆ ਲਿਖਿਆ ਇਹ ਚੀਜ਼ਾਂ ਨੂੰ ਵਾਚ ਕਰ ਰਿਹਾ ਹੈਗਾ ਤੇ ਉਹਦੇ ਦਿਲੋਂ ਦਿਮਾਗ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਕਿਉਂ ਨਹੀਂ ਆਉਂਦੀ ਹੈਗੀ? ਸੋ ਮੈਂ ਗੱਲ ਕਰਦਾ ਸੀਗਾ ਕਿ ਉਸ 1960 ਦੇ ਵਿੱਚ ਤਕਰੀਬਨ 1 ਲੱਖ ਟਨ ਅਮਰੀਕਾ ਦੇ ਕੋਲੋਂ ਕਣਕ ਜਿਹੜੀ ਸੀ ਉਹ ਲੈਂਦੇ ਸੀਗੇ ਆਪਣੇ ਦੇਸ਼ ਨੂੰ ਉਹ ਚਲਾਉਣ ਵਾਸਤੇ। ਉਹ ਇੱਕ ਲੰਬੀ ਸਟੋਰੀ ਆ, ਇੱਕ ਅਲੱਗ ਵਿਸ਼ਾ ਹੈਗਾ, ਉਸ 'ਤੇ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਿਸੇ ਐਕਸਪਰਟ ਨੂੰ ਲੈ ਕੇ ਆਵਾਂਗੇ ਤੇ ਉਹ ਸਾਰੀ ਫਿਗਰਾਂ ਦੇ ਨਾਲ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਉਹਦੇ 'ਚ ਕਿੰਨੀ 1960 ਦੇ ਵਿੱਚ ਜਦੋਂ ਬਾਅਦ ਵਿੱਚ ਇਹ ਜੰਗ ਲੱਗਦੀ ਹੈਗੀ ਆ ਪਾਕਿਸਤਾਨ ਦੇ ਨਾਲ, ਫਿਰ ਇਹਨਾਂ ਨੂੰ ਇਹ ਪੈ ਗਿਆ ਕਿ ਕਿਤੇ ਜਿਹੜੀ ਆ ਸਾਨੂੰ ਕਿਤੇ ਕੋਈ ਆਪਣੇ ਜਿਹੜੇ ਜਵਾਨ ਫੌਜ ਜਿਹੜੀ ਲੜ ਰਹੀ ਆ ਜਾਂ ਦੇਸ਼ ਦੇ ਵਿੱਚ ਹੀ ਕਿਤੇ ਕੋਈ ਇਹੋ ਜਿਹੀ ਸਿਚੁਏਸ਼ਨ ਆ ਗਈ ਤੇ ਸਾਡੇ ਤਾਂ ਲੋਕ ਭੁੱਖੇ ਮਰ ਜਾਣਗੇ, ਜਵਾਨ ਲੜਨਗੇ ਕਿਵੇਂ ਤੇ ਸਾਨੂੰ ਤੇ ਢਾਹ ਲੱਗ ਜੂਗੀ ਪੂਰੀ ਤਰ੍ਹਾਂ ਦੇ ਨਾਲ। ਫਿਰ ਇਹਨਾਂ ਨੇ ਟਾਰਗੇਟ ਕੀਤਾ ਪੰਜਾਬ ਨੂੰ, ਫਿਰ ਇਹਨਾਂ ਨੇ ਪੰਜਾਬ ਨੂੰ ਜਿਹੜਾ ਹੈ ਉਹ ਲੱਭਿਆ ਕਿ ਲਓ ਜੀ ਇੱਥੇ ਜਿਹੜੀ ਜਿਸ ਚੀਜ਼ ਵਾਸਤੇ ਅਸੀਂ ਅੱਜ ਲੜਾਈ ਲੜ ਰਹੇ ਹੈਗੇ ਆ, ਜਦ ਕਿ ਉਹ ਅੱਜ ਲੜਾਈ ਕੱਲੀ ਉਸ ਚੀਜ਼ ਦੀ ਨਹੀਂ, ਉਹ ਕਿਣਕਾ ਮਾਤਰ ਸਿਰਫ ਸਾਡੀ ਇੱਕ ਜਿੱਦਾਂ ਮਰੀਜ਼ ਨੂੰ ਛੋਟੀ ਜਿਹੀ ਆਕਸੀਜਨ ਲਾਉਣ ਵਾਲੀ ਗੱਲ ਆ ਜਾਂ ਇਹਨਾਂ ਦੀ ਜਿਹੜੀ ਤੜ ਭੰਨਣ ਵਾਲੀ ਗੱਲ ਆ, ਸਿਰਫ ਉਹੀ ਆ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੀ ਮੈਂ ਗੱਲ ਕਰ ਰਿਹਾ ਹੈਗਾ, ਉਹ ਇੰਨੀ ਕੀ ਗੱਲ ਆ। ਅਦਰਵਾਈਜ਼ ਸਾਡੇ ਅੱਜ ਉਹ ਮਸਲੇ ਉਹ ਇਕੱਲੇ ਨਹੀਂ ਹੈਗੇ, ਬਹੁਤ ਕੁਝ ਹੋ ਰਿਹਾ, ਬਹੁਤ ਕੁਝ ਇਹ ਪੋਲੀਟੀਕਲ ਗੇਮ ਹੈਗੀ ਆ, ਇਹਨੂੰ ਪੋਲੀਟੀਕਲ ਐਂਗਲ ਤੋਂ ਦੇਖਣਾ ਪਏਗਾ। ਇਹ ਪੋਲੀਟੀਕਲ ਗੇਮ ਖੇਡੀ ਗਈ ਆ। ਸੋ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਉਦੋਂ ਇਹਨਾਂ ਨੂੰ ਇਹ ਚੀਜ਼ ਜਿਹੜੀ ਆ ਮਹਿਸੂਸ ਹੋਈ ਤੇ ਫਿਰ ਇਹਨਾਂ ਨੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਆਗਾਜ਼ ਕੀਤਾ। ਹਰੀ ਕ੍ਰਾਂਤੀ ਆਈ, ਫਿਰ ਉਸ ਹਰੀ ਕ੍ਰਾਂਤੀ ਦੇ ਨਾਮ ਦੇ ਉੱਤੇ ਜੋ ਪੰਜਾਬ ਨੇ ਅੱਜ ਜਿਸ ਸਥਿਤੀ ਦੇ ਵਿੱਚ ਪਹੁੰਚ ਗਿਆ ਕਿ ਸਾਡੀ ਉਹ ਤਾਕਤਵਰ ਜ਼ਮੀਨ ਵੀ ਨਹੀਂ ਰਹੀ, ਸਾਡੇ ਉਹ ਪਾਣੀ ਵੀ ਨਹੀਂ ਰਹੇ, ਸਾਡਾ ਉਹ ਜਿਹੜੀ ਧਰਤੀ ਇੰਨੀ ਕੁ ਜ਼ਿਆਦਾ ਉਹਦੇ 'ਤੇ ਅਸੀਂ ਪੈਸਟੀਸਾਈਡ ਪਾ ਚੁੱਕੇ ਹਾਂ, ਇੰਨਾ ਕੁ ਜ਼ਿਆਦਾ ਜ਼ਹਿਰ ਸੁੱਟ ਚੁੱਕੇ ਹੈਗੇ ਆ ਕਿ ਅਸੀਂ ਅੱਜ ਇੱਕ ਅਲੱਗ ਸਥਿਤੀ ਨਾਲ ਲੜ ਰਹੇ ਹਾਂ ਜਿੱਥੇ ਬਹੁਤ ਭਿਆਨਕ ਬਿਮਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੌਜੂਦਾ ਤਾਂ ਜਿਹੜੀਆਂ ਆਪਾਂ ਦੇਖ ਹੀ ਰਹੇ ਹਾਂ ਕਿ ਕੈਂਸਰ ਵਰਗੀ ਨਾ ਇਲਾਜ ਬਿਮਾਰੀ ਇਸ ਟਾਈਮ ਦੇ ਉੱਤੇ, ਜਦ ਕਿ ਕੋਈ ਥੋੜ੍ਹੇ ਬਹੁਤ ਕਿਉਰ ਹੋ ਜਾਂਦੇ ਨੇ ਪੇਸ਼ੈਂਟ, ਪਰ ਬਹੁਤ ਗਿਣਤੀ ਕਿਉਰ ਨਹੀਂ ਹੁੰਦੀ ਹੈਗੀ। ਸੋ ਅਸੀਂ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਤੁਰੇ ਜਾ ਰਹੇ ਹਾਂ, ਉਸ ਰਸਤੇ ਤੁਰੇ ਜਾ ਰਹੇ ਹਾਂ। ਪਾਣੀ ਸਾਰਾ ਥੱਲਿਓਂ ਅਸੀਂ ਕੱਢ ਲਿਆ ਤਕਰੀਬਨ। ਜਿਸ ਧਰਤੀ ਤੇ ਮੈਂ ਬੈਠਾ ਹੈਗਾ ਇਸ ਟਾਈਮ ਦੇ ਉੱਤੇ, ਅਸੀਂ ਕੈਨੇਡਾ ਦੀ ਧਰਤੀ ਦੇ ਉੱਤੇ, ਇੱਥੇ ਇੱਕ ਬੂੰਦ ਵੀ ਅੱਜ ਤੱਕ ਪਾਣੀ ਦੀ ਜਿਹੜੀ ਹੈ ਉਹ ਥੱਲਿਓਂ ਧਰਤੀ ਦੇ ਥੱਲਿਓਂ ਨਹੀਂ ਕੱਢੀ ਗਈ। ਚਾਹੇ ਕਿ ਇੱਥੇ ਖੇਤੀ ਵੀ ਹੁੰਦੀ ਆ, ਕਈ ਸਟੇਟਾਂ ਦੇ ਵਿੱਚ ਬਹੁਤ ਕੁਛ ਹੁੰਦਾ, ਲੇਕਿਨ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਨਹੀਂ ਯੂਜ਼ ਕੀਤਾ ਗਿਆ ਹਾਲੇ ਤੱਕ। ਲੇਕਿਨ ਪੰਜਾਬ ਦੇ ਵਿੱਚ ਅੱਜ ਅਸੀਂ ਕਿੰਨੇ ਸੌ ਫੁੱਟ ਤੇ ਜਾ ਕੇ ਬੋਰ ਕਰਕੇ ਆਪਣੀ ਧਰਤੀ ਜਿਹੜੀ ਆ ਉਹ ਖੋਖਲੀ ਕਰੀ ਜਾ ਰਹੇ ਹੈਗੇ ਆ, ਲੇਕਿਨ ਉਹਦਾ ਖਮਿਆਜਾ ਜਿਹੜਾ ਹੈ ਉਹ ਪੰਜਾਬ ਭੁਗਤੇ ਤੇ ਉਸ ਤੋਂ ਬਾਅਦ ਪੰਜਾਬ ਹੀ ਜਿਹੜਾ ਹੈ
ਆਪਣੀ ਫਿਰ ਉਹਨੂੰ ਉਸ ਜਗ੍ਹਾ ਦੇ ਉੱਤੇ ਕਿ ਮੈਂ ਸਾਰਾ ਕੁਝ ਜਦੋਂ ਲੁੱਟਿਆ ਪੁੱਟਿਆ ਗਿਆ, ਬੰਦੇ ਨੂੰ ਪਤਾ ਹੀ ਨਹੀਂ ਸਾਨੂੰ ਲੱਗਿਆ ਕਿ ਸਾਡੇ ਨਾਲ ਹੋ ਕੀ ਰਿਹਾ, ਜਾਂ ਇੱਕ ਸੁਪਨਾ ਇਹੋ ਜਿਹਾ ਦਿਖਾ ਦਿੱਤਾ ਗਿਆ, ਇੱਕ ਮਾਡਰਨ ਲਾਈਫ ਪੰਜਾਬੀਆਂ ਨੂੰ ਦਿਖਾ ਦਿੱਤੀ ਗਈ, ਮਾਡਰਨ ਲਾਈਫ ਦਾ ਇੱਕ ਸਟਰਕਚਰ ਬਣਾ ਕੇ ਦਿਖਾ ਦਿੱਤਾ ਗਿਆ, ਜਦ ਕਿ ਉਹ ਕੋਹਾਂ ਦੂਰ ਸੀ। ਤੇ ਉਹੀ ਲੋਕ ਸੀਗੇ ਜਿਹੜੇ ਪੰਜਾਬ ਨੂੰ ਇਸ ਲੈਵਲ ਦੇ, ਇਹਨਾਂ ਨੂੰ ਪਤਾ ਸੀਗਾ ਕਿ ਪੰਜਾਬ ਜਦੋਂ ਇਸ ਲੈਵਲ ਦੇ ਉੱਤੇ ਚਲੇ ਜਾਏਗਾ, ਇਹਨਾਂ ਨੂੰ ਸੁਪਨੇ ਵੱਡੇ ਕਰ ਦਿਓ, ਲੇਕਿਨ ਜਦੋਂ ਇਹਨਾਂ ਦੇ ਸੁਪਨੇ ਪੂਰੇ ਨਹੀਂ ਹੋਣਗੇ, ਜਾਂ ਤਾਂ ਫਿਰ ਇਹ ਪ੍ਰਵਾਸ ਕਰਨਗੇ, ਜਾਂ ਇਹ ਹੱਲੇ ਹੋਰ ਆਪਣੀ ਧਰਤੀ ਦਾ ਨੁਕਸਾਨ ਕਰਨਗੇ, ਜਾਂ ਫਿਰ ਇਹ ਕੋਈ ਜਿਹੜਾ ਤੀਸਰਾ ਰਸਤਾ ਕਮਜ਼ੋਰ ਲੋਕ ਹੋਣਗੇ ਉਹ ਸੁਸਾਈਡ ਕਰਨਗੇ। ਫਾਰਮਰ ਸੁਸਾਈਡ ਦਾ ਜਿਹੜਾ ਆਪਾਂ ਪਿਛਲੇ ਸਮੇਂ 'ਚ ਫਿਗਰਾਂ ਦੇਖ ਲਓ ਤੁਸੀਂ, ਫਾਰਮਰ ਸੁਸਾਈਡ ਵਾਲੇ ਸਾਈਡ ਨੂੰ ਜਾਣਾ। ਸੋ 3-4 ਕੈਟਾਗਰੀਜ਼ ਦੇ ਵਿੱਚ ਅਸੀਂ ਜਿਹੜਾ ਹੈ ਉਹ ਡਿਵਾਈਡ ਹੋ ਗਏ। ਇੱਕ ਤਾਂ ਆਵਾਸ ਔਰ ਪ੍ਰਵਾਸ ਦਾ ਸਿਲਸਿਲਾ ਸਾਡੇ ਨਾਲ ਚੱਲ ਪਿਆ, ਪਾਣੀ ਜਿਹੜੇ ਨੇ ਉਹ ਸਾਡੇ ਡੂੰਘੇ ਚਲੇ ਗਏ, ਸਾਡੇ ਬਿਮਾਰੀਆਂ ਸਾਡੇ ਪੱਲੇ ਪੈ ਗਈਆਂ, ਖੁਦਕੁਸ਼ੀਆਂ ਸਾਡੇ ਪੱਲੇ ਪੈ ਗਈਆਂ, ਨੌਜਵਾਨੀ ਨਸ਼ਿਆਂ ਦੇ ਵਿੱਚ ਚਲੇ ਗਈ। ਉਹ ਸੁਪਨੇ ਕਿੱਥੇ ਪੂਰੇ ਹੋਏ? ਸੁਪਨੇ ਤੁਸੀਂ ਇਹ ਦੇਖੋ ਕਿ ਅੱਜ ਜਿਹੜਾ ਬਾਹਰ ਡਾਇਸਪੋਰਾ ਆ ਕੇ ਬੈਠਾ ਹੋਇਆ, ਜਿਹੜਾ ਬਾਹਰ ਪੰਜਾਬੀ ਆ ਕੇ, ਮੈਂ ਇਕੱਲੇ ਪੰਜਾਬੀ ਦੀ ਚਲੋ ਗੱਲ ਕਰ ਲੈਣਾ ਕਿ ਪੰਜਾਬੀ ਆ ਕੇ ਬੈਠਾ ਹੋਇਆ, ਅੱਜ ਜਿਹੜਾ ਪਹਿਲਾਂ ਪੰਜਾਬੀ ਆਇਆ ਸੀ ਉਹ ਵੀ ਇੱਥੇ ਸੁਪਨੇ ਹੀ ਪੂਰੇ ਕਰਨ ਆਇਆ ਸੀ ਆਪਣੇ, ਕਿ ਜਾਂ ਉਹ ਕੁਛ ਤਾਂ ਹਾਲਾਤਾਂ ਦੇ ਮਾਰੇ ਆ ਗਏ, ਸਾਰਿਆਂ ਨੂੰ ਨਹੀਂ ਕਿਹਾ ਜਾ ਸਕਦਾ, ਕੁਛ ਹਾਲਾਤਾਂ ਦੇ ਮਾਰੇ ਆ ਗਏ, ਕੁਛ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਆ ਗਏ, ਕੁਛ ਉੱਥੇ ਉਹਨਾਂ ਨੇ ਇਹ ਸਮਝਿਆ ਕਿ ਉੱਥੇ ਸਾਡੇ ਵਾਸਤੇ ਇਸ ਟਾਈਮ ਦੇ ਉੱਤੇ ਸੇਫ ਨਹੀਂ ਹੈ, ਸਿਕਿਉਰਿਟੀ ਨਹੀਂ ਹੈ, ਉਹ ਆ ਗਏ। ਤੇ ਅੱਜ ਜਿਹੜਾ ਸਾਡਾ ਯੂਥ ਆ ਰਿਹਾ ਹੈਗਾ, ਜਿਹੜੇ ਲੋਕ ਨੌਜਵਾਨ ਆ ਰਹੇ ਨੇ, ਉਹ ਵੀ ਇੱਕ ਸੁਪਨਾ ਪੂਰਾ ਕਰਨ ਆ ਰਹੇ ਨੇ ਇੱਥੇ, ਕਿ ਸੁਪਨਾ ਜਿਹੜਾ ਹੈ ਉਹ ਪੂਰਾ, ਕਿਉਂਕਿ ਸੁਪਨਾ ਦਿਖਾ ਬਹੁਤ ਵੱਡਾ ਦਿੱਤਾ ਗਿਆ ਸੀ ਨਾ, ਜਿਹੜਾ ਸਾਨੂੰ ਵੈਸਟਰਨ ਦਾ ਸੁਪਨਾ ਦੇ ਦਿੱਤਾ ਗਿਆ, ਜਿਸ ਸੁਪਨੇ ਨੂੰ ਅਸੀਂ ਪੂਰਾ ਕਰਨ ਵਾਸਤੇ ਫਿਰ ਇਨਸਾਨ ਹਰ ਚੀਜ਼, ਉਹ ਹਰ ਪਹਿਲੂ, ਹਰ ਢੰਗ ਵਰਤਦਾ। ਤੇ ਅਸੀਂ ਮੈਂ ਢੰਗਾਂ ਵਾਲੀ ਸਾਈਡ ਦੇ ਉੱਤੇ ਨਾ ਜਾਵਾਂ ਕਿ ਕਿਹੜੇ ਢੰਗ ਪੰਜਾਬੀਆਂ ਨੇ ਵਰਤ ਕੇ ਔਖੇ ਹੋ ਕੇ ਜਿਹੜਾ ਇੱਥੋਂ ਤੱਕ ਕਈ ਜਿਹੜਾ ਹੈ ਇਨਲੀਗਲੀ ਪਹੁੰਚੇ, ਕਿਵੇਂ ਉਹ ਇੱਥੇ ਪਹੁੰਚੇ। ਅੱਜ ਜੇ ਕੋਈ ਸਾਡੇ ਵਿਦਿਆਰਥੀ ਆ ਰਹੇ ਨੇ, ਪਿੱਛੋਂ ਕਿੰਨੇ ਲੱਖਾਂ ਦੀਆਂ, ਕਰੋੜਾਂ ਦੀਆਂ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਜਾਂ ਤਾਂ ਵੇਚ ਰਹੇ ਨੇ, ਜਾਂ ਗਹਿਣੇ ਪਾ ਰਹੇ ਨੇ, ਜਾਂ ਕਿਸੇ ਵੀ ਤਰੀਕੇ ਦੇ ਨਾਲ ਬੈਂਕਾਂ ਕੋਲ ਲਿਮਟਾਂ ਬਣਾ ਕੇ ਆ ਰਹੇ ਹੈਗੇ ਨੇ। ਤੇ ਉਹਦੇ ਨਾਲ ਸੁਪਨਾ ਕੱਲਾ ਵਿਦਿਆਰਥੀ ਦਾ ਨਹੀਂ ਜੁੜਦਾ, ਉਦੋਂ ਹੀ ਜਿੱਦਣ ਉਹ ਆਪਣੀ ਆਇਲਸ ਵਗੈਰਾ ਦਾ ਸਟਾਰਟ ਕਰਦਾ ਨਾ ਕਿਸੇ ਕੋਚਿੰਗ ਸੈਂਟਰ ਦੇ ਵਿੱਚ ਜਾ ਕੇ, ਉਸ ਦਿਨ ਹੀ ਉਹ ਸੁਪਨਾ ਜਿਹੜਾ ਉਹ ਮਾਂ-ਬਾਪ ਦਾ ਵੀ ਨਾਲ ਜੁੜ ਜਾਂਦਾ ਹੈਗਾ, ਪੇਰੈਂਟਸ ਦਾ ਵੀ ਜੁੜ ਜਾਂਦਾ ਹੈਗਾ, ਕਿਉਂਕਿ ਉਹ ਇੱਕ ਸੁਪਨਾ ਬਣ ਜਾਂਦਾ ਉਸ ਟਾਈਮ ਦੇ ਉੱਤੇ। ਤੇ ਉਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਉਹ ਵੀ ਪੇਰੈਂਟਸ ਜਿਹੜੇ ਔਖੇ ਹੋ ਕੇ, ਤੰਗ ਹੋ ਕੇ, ਮਜਬੂਰ ਹੋ ਕੇ ਆਪਣੇ ਬੱਚੇ ਨੂੰ ਇੱਥੇ ਤੱਕ ਪਹੁੰਚਦੇ ਨੇ, ਜਦ ਕਿ ਇੱਥੇ ਦੀ ਜਦੋਂ ਅਸਲੀਅਤ ਆ ਕੇ ਦੇਖਦੇ ਨੇ, ਜਦੋਂ ਇੱਥੇ ਦੇਖਦੇ ਨੇ ਤੇ ਇੱਥੇ ਜੀਵਨ ਕੋਈ ਸੌਖਾ ਤਾਂ ਹੈ ਨਹੀਂ। ਸਟਰਗਲ ਤਾਂ ਇੱਥੇ ਜਿਹੜੀ ਆ ਉਹ ਜਿਹੜੇ ਸਾਡੇ ਅੱਜ ਮੈਂਬਰ ਪਾਰਲੀਮੈਂਟ ਵੀ ਬਣੇ ਹੋਣਗੇ, ਜਿਹੜੇ ਲੋਕ ਇੱਥੇ ਆ ਕੇ ਜਿਨ੍ਹਾਂ ਨੇ ਸਟਰਗਲ ਕੀਤੀ ਆ, ਕੁਛ ਲੋਕ ਕੁਛ ਜ਼ਿਆਦਾ ਸਕਸੈਸ ਹੋ ਗਏ, ਕੁਛ ਨੋਰਮਲ ਰਹਿ ਗਏ, ਕੁਛ ਬਿਲਕੁਲ ਹੀ ਨੋਰਮਲ ਰਹਿ ਗਏ, ਉਹ ਸਾਰੀਆਂ ਕੈਟਾਗਰੀ ਤੁਹਾਨੂੰ ਇੱਥੇ ਮਿਲ ਜਾਣਗੀਆਂ। ਲੇਕਿਨ ਸੁਪਨਾ ਜਿਹੜਾ ਹੈ ਉਹ ਮਾਂ-ਬਾਪ ਦਾ ਉਸ ਦਿਨ ਉੱਥੇ ਜੁੜ ਜਾਂਦਾ, ਕਿਉਂਕਿ ਉਸ ਧਰਤੀ ਦੇ ਉੱਤੇ ਸੁਪਨਾ ਦਿਖਾ ਦਿੱਤਾ ਗਿਆ ਸੀ ਪੰਜਾਬੀਆਂ ਨੂੰ ਇਹ ਚੀਜ਼ ਇੱਕ ਦਿਖਾ ਦਿੱਤੀ ਗਈ ਸੀ ਕਿ ਤੁਸੀਂ ਵੈਸਟਰਨ ਕਲਚਰ ਦੇ ਬਰਾਬਰ ਹੋ ਜਾਓਗੇ, ਕਿ ਤੁਸੀਂ ਹਰੀ ਕ੍ਰਾਂਤੀ ਤੁਹਾਡੇ ਕੋਲ ਆ ਗਈ, ਤੁਹਾਡੇ ਕੋਲ ਟੈਕਨੀਕ ਆ ਗਈ। ਲੇਕਿਨ ਉੱਥੇ ਇੱਕ ਬੇਈਮਾਨੀ ਜਿਹੜੀ ਆ ਉਹ ਹਮੇਸ਼ਾ ਹੀ ਦਿੱਲੀ ਕਰਦੀ ਆਈ, ਦਿੱਲੀ ਕਰ ਰਹੀ ਆ, ਤੇ ਦਿੱਲੀ ਕਰਦੀ ਰਹੇਗੀ, ਉਨੀ ਦੇਰ ਤੱਕ ਕਰਦੀ ਰਹੇਗੀ ਜਿੰਨੀ ਦੇਰ ਤੱਕ ਅਸੀਂ ਜਾਗਾਂਗੇ ਨਹੀਂ, ਜਿੰਨੀ ਦੇਰ ਤੱਕ ਅਸੀਂ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰਾਂਗੇ, ਜਿੰਨੀ ਦੇਰ ਤੱਕ ਅਸੀਂ ਸਿੱਖ ਰਾਜ ਦੀ ਗੱਲ ਨਹੀਂ ਕਰਾਂਗੇ, ਉਨੀ ਦੇਰ ਤੱਕ ਸਾਡੇ ਸੁਪਨੇ ਪੂਰੇ ਨਹੀਂ ਹੋ ਸਕਦੇ। ਚਾਹੇ ਅਸੀਂ ਕਿਤੇ ਵੀ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਜਿਹੜੇ ਉਹ ਬੈਠੇ ਹੋਵਾਂਗੇ। ਕਿਉਂ ਅੱਜ ਪੰਜਾਬੀ ਇੱਥੇ ਬੈਠਾ, ਕਿਉਂ ਅੱਜ ਸਾਡਾ ਨੌਜਵਾਨ ਇੱਥੇ ਬੈਠਾ ਵੀ ਉਹਦਾ ਦਿਲ ਅੱਜ ਧੜਕਦਾ, ਕਿਉਂ ਰੈਲੀਆਂ ਉਹਨਾਂ ਨੇ ਇੱਥੇ ਕੱਢੀਆਂ, ਕਿਉਂ ਉਹਨਾਂ ਦੇ ਮਨ ਦੇ ਵਿੱਚ ਇਹ ਇੱਕ ਆਵਾਜ਼ ਉੱਠੀ ਕਿ ਇਹ ਜੋ ਕੁਝ ਵੀ ਹੋ ਰਿਹਾ ਇਹ ਗਲਤ ਹੋ ਰਿਹਾ। ਉਹ ਇਸ ਕਰਕੇ ਕਿ ਚਾਹੇ ਉਹ ਸੁਪਨੇ ਪੂਰੇ ਕਰਨ ਵਾਸਤੇ ਬਾਹਰ ਆ ਗਿਆ, ਲੇਕਿਨ ਉਹਦਾ ਹਿੱਤ,
ਉਹਨੂੰ ਆਪਣੀ ਉਹਦੇ DNA 'ਚ ਜਿਹੜੀ ਚੀਜ਼ ਹੈਗੀ ਆ ਕਿ ਜਿਸ ਧਰਤੀ ਤੋਂ ਮੈਂ ਆਇਆ ਉਹ ਧਰਤੀ ਸਾਡੀ ਸਲਾਮਤ ਰਹਿਣੀ ਚਾਹੀਦੀ ਆ। ਉਹ ਧਰਤੀ ਜਿਹੜੀ ਆ ਉੱਥੋਂ ਸੁੱਖ ਦਾ ਸਾਹ ਜਿਹੜਾ ਹੈ ਉਹ ਆਉਣਾ ਚਾਹੀਦਾ। ਉੱਥੇ ਜਿਹੜੇ ਵਸਿੰਦੇ ਜਿਹੜੇ ਵਸਦੇ ਨੇ ਜਾਂ ਸਾਡੇ ਮਾਂ ਬਾਪ ਭੈਣ ਭਰਾ ਰਿਸ਼ਤੇਦਾਰ ਸਾਕ ਸੰਬੰਧੀ ਜੋ ਵੀ ਵਸਦੇ ਨੇ ਉਹ ਜਿਹੜੇ ਨੇ ਉਹ ਸਹੀ ਸਲਾਮਤ ਰਹਿਣੇ ਚਾਹੀਦੇ ਆ। ਉਹਨਾਂ ਦੀਆਂ ਕਿਸੇ ਵੀ ਤਰੀਕੇ ਦੇ ਨਾਲ ਨਾ ਭਾਵਨਾਵਾਂ ਜਾਂ ਉਹ ਔਖੇ ਨਾ ਹੋਣ ਕਿਸੇ ਤਰੀਕੇ ਦੇ ਨਾਲ। ਸੋ ਜਿਹੜੇ ਉਹ ਮੈਂ ਸੁਪਨੇ ਦੀ ਗੱਲ ਕਰਦਾ ਸੀਗਾ। ਸੋ ਜੇ ਉਹ ਟੈਕਨੋਲੋਜੀ ਹੁਣ ਤੁਸੀਂ ਇਹ ਦੇਖਿਆ ਕਿ ਜਦੋਂ ਮਿਨੀਮਮ ਸਪੋਰਟ ਪ੍ਰਾਈਸ ਵੀ ਐਂਡ ਹੋ ਗਿਆ ਜੇ ਭਾਵੇਂ ਕਿ ਲੜਾਈ ਅੱਜ ਵੀ ਲੜਦੇ ਹੈਗੇ ਆ, ਜਦੋਂ ਇਹ ਪੰਜਾਬ ਉਹਨਾਂ ਨੇ ਦੇਖਿਆ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦਾ ਲੈਵਲ ਇੱਥੇ ਆ ਗਿਆ, ਲੇਕਿਨ ਯੂਪੀ ਦੇ ਕਿਸਾਨ ਦਾ ਜਾਂ ਬਾਕੀ ਕਿਸਾਨਾਂ ਦਾ ਜਿਹੜਾ ਲੈਵਲ ਹੈ ਉਹ ਇਸ ਜਗ੍ਹਾ ਦੇ ਉੱਤੇ ਆ, ਥੱਲੇ ਆਏ ਲੈਵਲ। ਕਿਉਂਕਿ 7-8 ਏਕੜ ਵਾਲਾ ਵੀ ਜਿਹੜਾ ਬਾਹਰ ਦਾ ਕੋਈ ਸਟੇਟ ਦਾ ਸੀਗਾ ਉਹ ਆ ਕੇ ਪੰਜਾਬ ਦੇ ਵਿੱਚ ਝੋਨਾ ਲਾ ਰਿਹਾ ਜਾਂ ਉਹ ਪੰਜਾਬ ਦੇ ਵਿੱਚ ਆ ਕੇ ਮਜ਼ਦੂਰੀ ਕਰ ਰਿਹਾ, ਕਿਉਂਕਿ ਉੱਥੇ ਮਿਨੀਮਮ ਸਪੋਰਟ ਪ੍ਰਾਈਸ ਸੀਗੀ ਨਹੀਂ, ਉਹਨਾਂ ਕੋਲ ਓਨੇ ਹੀ ਲੇਕਿਨ ਉਹ ਇਹ ਵੀ ਕਦੀ ਵੀ ਦਿੱਲੀ ਇਹ ਨਹੀਂ ਚਾਹਿਆ ਕਿ ਪੰਜਾਬ ਦੇ ਲੋਕਾਂ ਦਾ ਪੱਧਰ ਹੋਰ ਉੱਚਾ ਹੋ ਜਾਵੇ। ਉਹਨਾਂ ਨੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਸਾਡੇ ਬਾਰਡਰ ਬੰਦ ਕੀਤੇ, ਰਾਸ਼ਟਰਵਾਦ ਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਸਾਨੂੰ ਬਾਰਡਰ ਸਟੇਟ ਹੋਣ ਕਰਕੇ ਕਈ ਤਰ੍ਹਾਂ ਦੇ ਸਾਨੂੰ ਭਰਮ ਭੁਲੇਖੇ ਪਾਏ ਜਾਂਦੇ ਰਹੇ, ਧਾਰਮਿਕ ਤੌਰ ਦੇ ਉੱਤੇ ਭਰਮ ਭੁਲੇਖੇ ਪਾਏ ਜਾਂਦੇ ਰਹੇ, ਸਾਡੀ ਨੌਜਵਾਨੀ ਦਾ ਨੁਕਸਾਨ ਕੀਤਾ ਤੇ ਕਰਦੇ ਆ ਰਹੇ ਨੇ ਤੇ ਹੁਣ ਵੀ ਹੋ ਰਿਹਾ ਹੈਗਾ। ਸੋ ਉਹ ਸਾਡੇ ਜਿਹੜੇ ਵਪਾਰ ਦੇ ਜਿਹੜੇ ਸੀਗੇ ਉਹ ਸਾਰੇ ਰਸਤੇ ਇਹਨਾਂ ਲੋਕਾਂ ਨੇ ਬੰਦ ਕੀਤੇ। ਉਸ ਤੋਂ ਇਲਾਵਾ ਜਿਹੜੀ ਚੀਜ਼ ਇਹ ਕਰ ਸਕਦੇ ਸੀਗੇ ਕਿ ਜਦੋਂ ਹੁਣ ਅਨਾਜ ਸਾਡੇ ਕੋਲ ਇੰਨਾ ਹੋ ਗਿਆ, ਇਹ ਮਤਲਬ ਕਿ ਤੁਸੀਂ ਇਹ ਦੇਖੋ ਆ ਚੰਦਰ ਸ਼ੇਖਰ ਦੀ ਗੱਲ ਉਦੋਂ ਇਹ ਸੀਗਾ, ਆ ਸਾਡੇ ਅਕਾਲੀ ਦਲ ਵਾਲੇ ਉਦੋਂ ਜਿਹੜੇ ਸੀਗੇ ਇਹਨਾਂ ਦੇ ਭਾਈਵਾਲ ਸੀਗੇ। ਸੋ ਉਦੋਂ ਅਕਾਲੀ ਦਲ ਇਹ ਮੰਗ ਲੈ ਕੇ ਗਿਆ ਸੀਗਾ ਜਦੋਂ ਇਹ ਭਾਈਵਾਲ ਸੀਗੇ ਉਸ ਟਾਈਮ ਦੇ ਵਿੱਚ ਚੰਦਰ ਸ਼ੇਖਰ ਨੂੰ ਇਹ ਜਾ ਕੇ ਕਿਹਾ ਸੀਗਾ ਕਿ ਸਾਨੂੰ ਹੁਣ ਇੱਥੇ ਜਿਹੜੀ ਹੈ ਉਹ ਅੱਗੋਂ ਖੇਤੀ ਵਾਸਤੇ ਜੋ ਅਸੀਂ ਕਰ ਲਿਆ ਹੁਣ ਇਹਨੂੰ ਇੱਕ ਅਲੱਗ ਲੈਵਲ ਤੇ ਅਸੀਂ ਲਿਜਾਣਾ ਚਾਹੁੰਦੇ ਹੈਗੇ ਆ, ਇਹਦੀ ਕੋਈ ਫੂਡ ਪ੍ਰੋਸੈਸਿੰਗ ਵਾਲੀ ਸਾਈਡ ਤੇ ਅਸੀਂ ਜਾਣਾ ਚਾਹੁੰਦੇ ਹੈਗੇ ਆ। ਸੋ ਉਹਨਾਂ ਨੇ ਹਮੇਸ਼ਾ ਹੀ ਫੂਡ ਪ੍ਰੋਸੈਸਿੰਗ ਨੂੰ ਕਦੀ ਵੀ ਯੈਸ ਨਹੀਂ ਕੀਤਾ। ਆ ਹੁਣ ਰਹਿ ਚੁੱਕੀ ਹੈ ਨਾ ਸਰਸਿਮਰਤ ਕੌਰ ਬਾਦਲ, ਤਕਰੀਬਨ ਪਿਛਲੇ ਵਾਰੀ ਵੀ ਉਹਦੀ ਮੰਤਰੀ ਰਹਿ ਗਿਆ, ਕੋਈ ਫੂਡ ਪ੍ਰੋਸੈਸਿੰਗ ਦਾ ਉਹਨਾਂ ਨੇ ਕੁਝ ਕੀਤਾ? ਕੀ ਉਸ ਬੀਬੀ ਨੂੰ ਕਦੀ ਪੰਜਾਬ ਦੇ ਨਾਲ ਇਹ ਚੀਜ਼ ਦੀ ਉਹਨੇ ਕੋਈ ਆ ਗਈ ਕਿ ਫੂਡ ਪ੍ਰੋਸੈਸਿੰਗ ਉਹਨਾਂ ਨੇ ਕਰ ਲਈ? ਭਾਈਵਾਲੇ ਸ਼ੁਰੂ ਤੋਂ ਰਹੇ ਨੇ। ਸੋ ਪੰਜਾਬ ਦੇ ਲੋਕਾਂ ਨੇ ਫੂਡ ਪ੍ਰੋਸੈਸਿੰਗ ਵਾਸਤੇ ਪਤਾ ਨਹੀਂ ਕਿੰਨੇ ਕੁ ਵਾਰ ਇਹ ਪ੍ਰਪੋਜ਼ਲ ਭੇਜੀ, ਮਿਹਨਤਾਂ ਕੀਤੀਆਂ, ਸਾਰਾ ਕੁਝ ਕੀਤਿਆਂ ਕਿ ਦਿੱਲੀ ਵਾਲਿਆਂ ਨੇ ਅੱਜ ਅਸੀਂ ਮੋਦੀ ਨੂੰ ਕਹਿ ਰਹੇ ਹਾਂ, ਇਸ ਤੋਂ ਪਹਿਲਿਆਂ ਦਾ ਵੀ ਹਾਲ ਦੇਖ ਲਓ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਕੋਈ ਦੂਜੀਆਂ ਪਾਰਟੀਆਂ ਸੀਗੀਆਂ, ਉਹ ਜਨਤਾ ਪਾਰਟੀ ਸੀਗੀ, ਹੋਰ ਸੀਗੀਆਂ, ਪੰਜਾਬ ਦਾ ਭਲਾ, ਚਾਹੇ ਉੱਥੇ ਤੁਸੀਂ ਦੁਨੀਆ ਦਾ ਸਭ ਤੋਂ ਜਿਹਨੂੰ ਆਪਾਂ ਇਹ ਕਹਿੰਦੇ ਨੌਨ ਕਰਪਟ ਚਾਹੇ ਇਮਾਨਦਾਰ ਬੰਦਾ, ਜਿਹਨੂੰ ਤੁਸੀਂ ਸਭ ਤੋਂ ਇਮਾਨਦਾਰ ਬੰਦਾ ਕਹਿੰਦੇ ਹੋ, ਬੈਠਾ ਰਿਹਾ ਇਮਾਨਦਾਰ ਬੰਦਾ ਉੱਥੇ ਦਿੱਲੀ ਦੇ ਵਿੱਚ, ਬੈਠਾ ਹੀ ਰਿਹਾ ਨਾ, ਸਿਰ ਤੇ ਦਸਤਾਰ ਸੀ ਉਸ ਦੇ ਉੱਤੇ, ਬੈਠਾ ਰਿਹਾ ਇਮਾਨਦਾਰ ਬੰਦਾ ਉਹਦੇ ਵਿੱਚ। ਇਮਾਨਦਾਰੀ ਤਾਂ ਕਹਿ ਸਕਦੇ ਆ ਨਾ, ਇਮਾਨਦਾਰੀ ਤਾਂ ਚਲੋ ਕਹਿ ਹੀ ਸਕਦੇ ਆ ਨਾ, ਬਾਕੀ ਗੱਲਾਂ ਬਾਕੀਆਂ ਨੇ ਜੋ ਕੁਝ ਕੀਤਾ ਕਵਾਇਆ, ਲੇਕਿਨ ਇੱਕ ਪ੍ਰਾਈਮ ਮਿਨਿਸਟਰ ਦੀ ਚੇਅਰ ਦੇ ਉੱਤੇ ਤੇ ਇੱਕ ਇਮਾਨਦਾਰ ਬੰਦਾ ਬੈਠਾ ਰਿਹਾ ਨਾ। ਕੀ ਉਸ ਇਮਾਨਦਾਰ ਬੰਦੇ ਨੇ ਪੰਜਾਬ ਬਾਰੇ ਕੁਝ ਸੋਚਿਆ? ਸੋ ਇਹ ਗੱਲ ਸਾਡੇ ਸਮਝ ਪੈ ਜਾਣੀ ਚਾਹੀਦੀ ਹੈਗੀ ਆ ਕਿ ਜਦ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਉੱਤੇ ਇੱਕ ਇਮਾਨਦਾਰ ਬੰਦਾ ਬੈਠ ਕੇ ਤੁਹਾਡੇ ਪੰਜਾਬ ਦਾ ਕੁਝ ਨਹੀਂ ਸੋਚ ਸਕਦਾ, ਤੇ ਜਿਹੜੇ ਇਹ ਸੂਬੇਦਾਰ ਨੇ ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ, ਜਿਨ੍ਹਾਂ ਦੇ ਤੁਸੀਂ ਵਿਸ਼ਵਾਸ ਕਰਦੇ ਹੋ, ਜਿਨ੍ਹਾਂ ਤੇ ਤੁਸੀਂ ਇਹ ਸੋਚਦੇ ਹੋ ਕਿ ਇਹ ਲੋਕ ਸਾਡਾ ਕੁਝ ਫਾਇਦਾ ਕਰ ਦੇਣਗੇ, ਕਿ ਇਹਨਾਂ ਲੋਕਾਂ ਤੋਂ ਜਿਨ੍ਹਾਂ ਦੇ ਹੱਥ ਵਿੱਚ ਹੀ ਕੁਝ ਨਹੀਂ, ਆ ਪੰਜਾਬ ਸਟੇਟ ਦੇ ਮੈਂ ਮੁੱਖ ਮੰਤਰੀ ਦੀ ਜਿੰਨੇ ਵੀ ਹੁਣ ਤੱਕ ਰਹੇ ਨੇ ਜਾਂ ਮੌਜੂਦਾ ਕੈਪਟਨ ਸਾਹਿਬ ਨੇ, ਇਹ ਕੁਝ ਕਰ ਸਕਦੇ ਨੇ? ਇਹ ਤਾਂ ਦੂਸਰੀ ਸਾਈਡ ਤੋਂ ਵੀ ਸੁੱਖ ਨਾਲ ਉਸ ਤਰ੍ਹਾਂ ਹੀ ਆ, ਤੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੈਗੇ ਹੋ? ਸੋ ਕਹਿਣ ਦਾ ਮਤਲਬ ਹੈ ਕਿ ਕੱਲਾ ਇਮਾਨਦਾਰ ਬੰਦਾ ਤੁਹਾਡੇ ਪੰਜਾਬ ਦੇ ਨਾਲ ਇਨਸਾਫ ਨਹੀਂ ਕਰ ਸਕਦਾ ਹੈਗਾ, ਕਿਉਂਕਿ ਜਿਹੜੀਆਂ ਉੱਥੇ ਨੀਤੀਆਂ ਨੇ, ਜਿਹੜੇ ਉੱਥੇ ਨੀਤੀ ਘੜ ਨੇ, ਉਹ ਲੋਕ ਤੁਹਾਡੀ ਸਟੇਟ, ਤੁਹਾਡੇ ਲੋਕਾਂ ਦੀ, ਤੁਹਾਡੇ ਰਹਿਣ ਸਹਿਣ ਨੂੰ ਕਦੀ ਵੀ ਡਿਜੈਸਟ ਨਹੀਂ ਕਰਦੇ ਹੈਗੇ, ਕਦੀ ਵੀ ਕਿਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਵਧਿਆ ਫੁੱਲਿਆ ਨਹੀਂ ਜਾਣਦੇ ਹੈਗੇ। ਆ ਦੇਖਿਆ ਆਪਾਂ ਕਰੋਨਾ ਸਟਾਰਟ ਹੁੰਦਿਆਂ ਸਾਰ
ਕੀ ਕੁਛ ਉਹ ਕੀ ਉਹ ਪਾਤਰਾ ਕਿ ਉਹ ਕੋਈ ਬੰਦਾ ਨਹੀਂ, ਬੰਦੇ ਦੀ ਔਕਾਤ ਨਹੀਂ ਉਸ ਬੰਦੇ ਦੇ ਵਿੱਚ। ਤੇ ਉਹ NRIs ਨੂੰ, ਸਾਡੇ NRIs ਨੂੰ ਉਹ ਕਹਿੰਦਾ ਰਿਹਾ ਜੀ ਇਹ ਤਾਂ ਇੱਕ ਐਟਮ ਬੰਬ ਨੇ ਜਿਹੜੇ ਲਿਆ ਕੇ ਇੱਥੇ ਸਿੱਟਿਆ। ਹੁਣ ਨਹੀਂ NRI ਉੱਥੇ ਚਲੇ ਗਏ, ਹੁਣ ਤੁਹਾਡਾ ਐਟਮ ਬੰਬ ਕਿੱਧਰ ਪੜ ਗਿਆ ਕਿ ਲੱਖਾਂ ਲੋਕ ਉੱਥੇ ਤੁਹਾਡੇ ਕਰੋਨਾ ਨਾਲ ਹੋ ਗਏ। ਹੁਣ ਵਜਕੀ ਫਿਰਦੇ ਹੋ, ਇੱਕ ਦੂਜੇ 'ਚ ਵੱਜਦੇ ਫਿਰਦੇ ਹੋ, ਤੇ ਅੱਜ ਤੁਹਾਨੂੰ ਕੋਈ ਯਾਦ ਨਹੀਂ ਆਉਂਦਾ ਹੈਗਾ। ਸੋ ਇਹ ਲੋਕਾਂ ਦੀ ਫਿਤਰਤ ਆ, ਇਹ ਲੋਕਾਂ ਦੀ ਫਿਤਰਤ ਆ। ਮੈਨੂੰ ਜਾਂ ਸਾਡੇ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਹੈ ਉਹ ਬਾਰ-ਬਾਰ ਇਹ ਆਉਂਦਾ ਕਿ ਉਹਨਾਂ ਲੋਕਾਂ ਦੀ ਤਾਂ ਫਿਤਰਤ ਹੈ, ਦਿੱਲੀ ਜੋ ਕਰ ਰਹੀ ਆ ਉਹਨੇ ਤੇ ਕਰਨਾ, ਕਿਉਂਕਿ ਉਹ ਤਾਂ ਪੰਜਾਬ ਸਟੇਟ ਦੀ, ਪੰਜਾਬ ਦੇ ਵਸਣ ਵਾਲੇ ਹਰ ਉਸ ਰੂਹ ਦੀ ਦੁਸ਼ਮਣ ਹੈਗੀ ਆ। ਚਾਹੇ ਉਸ ਗੱਲ ਦਾ ਅੱਜ ਤੁਸੀਂ ਇਹ ਚੀਜ਼ ਆਪਣੇ ਮਨ 'ਚ ਵਸਾ ਲਓ, ਜਾਂ ਆਉਣ ਵਾਲੇ 10 ਨੂੰ ਵਸਾ ਲਿਓ, ਜਾਂ 5 ਨੂੰ ਵਸਾ ਲਿਓ, ਜਾਂ 2 ਨੂੰ ਵਸਾ ਲਿਓ। ਉਹ ਤੁਸੀਂ ਵਸਾ ਲਓਗੇ ਤਾਂ ਤੁਸੀਂ ਕੁਛ ਲੈ ਡੁੱਬੋਗੇ, ਨਹੀਂ ਤਾਂ ਫਿਰ ਇਹੀ ਜਿਹੀਆਂ ਸਥਿਤੀਆਂ ਜਿਹੜੀਆਂ ਅੱਜ ਪੈਦਾ ਹੋਈਆਂ ਨੇ, ਪਤਾ ਨਹੀਂ ਇਸ ਤੋਂ ਵੀ ਮਾੜੀਆਂ ਸਥਿਤੀਆਂ ਵੱਲ ਇਹ ਸਾਨੂੰ ਕਿੱਧਰ ਨੂੰ ਸਿੱਟਣਗੇ। ਸੋ ਗੱਲ ਓਵਰਆਲ ਇਹ ਹੈਗੀ ਆ ਕਿ ਦਿੱਲੀ ਨੇ ਨਾ ਇਨਸਾਫ ਕੀਤਾ, ਨਾ ਕਰਨਾ। ਸੋ ਗੱਲ ਸਾਨੂੰ ਕਰਨੀ ਚਾਹੀਦੀ ਆ ਸਿਰਫ ਇੱਕੋ ਇੱਕ। ਮੈਂ ਮੋਰਚੇ ਵਾਲੇ ਬੰਦਿਆਂ ਦੀ ਵੀ ਬਾਰ-ਬਾਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹੈਗੇ ਆ ਕਿ NRIs ਤੁਹਾਡੇ ਨਾਲ ਨੇ, ਲੇਕਿਨ ਇੱਕ ਬੇਨਤੀ ਆ ਕਿ ਤੁਸੀਂ ਆਪਣਾ ਨਿਸ਼ਾਨਾ ਵੱਡਾ ਰੱਖੋ, ਨਿਸ਼ਾਨਾ ਸਹੀ ਰੱਖੋ, ਔਰ ਨਿਸ਼ਾਨੇ ਦੀ ਪੂਰਤੀ ਵੱਲ ਜਾਓ। ਕੱਲੀਆਂ ਛੋਟੀਆਂ ਜੀਆਂ 4 ਮੰਗਾਂ ਦੇ ਉੱਤੇ ਕਿਤੇ ਇਹਨਾਂ ਮੋਰਚਿਆਂ ਨੂੰ ਸਮਾਪਤ ਨਾ ਕਰ ਦਿਓ, ਕਿਉਂਕਿ ਅੱਜ ਅਗਰ ਅਸੀਂ ਸਮਾਪਤ ਇਸ ਸਟੇਜ ਦੇ ਉੱਤੇ ਕਰਤਾ ਤੇ ਮੈਨੂੰ ਇਹ ਲੱਗਦਾ ਕਿ ਫਿਰ ਜਿਹੜੀ ਨਿਰਾਸ਼ਤਾ ਪੱਲੇ ਪੈਣੀ ਆ ਇੱਕ ਆਮ ਇਨਸਾਨ ਦੇ, ਉਸ ਤੋਂ ਬਾਹਰ ਨਿਕਲਣਾ ਫਿਰ ਪੰਜਾਬ ਨੂੰ ਬਹੁਤ ਔਖਾ ਹੋ ਜਾਏਗਾ, ਜਵਾਨੀ ਨੂੰ ਬਹੁਤ ਔਖਾ ਹੋ ਜਾਏਗਾ, ਸਾਡੀਆਂ ਬੀਬੀਆਂ ਭੈਣਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਏਗਾ। ਸ਼ਾਂਤਮਈ ਧਰਨੇ ਚੱਲ ਰਹੇ ਨੇ, ਬਿਲਕੁਲ ਸ਼ਾਂਤ ਹੋ ਕੇ ਤੁਸੀਂ ਚੱਲਦੇ ਚਲੋ, ਇਫੈਕਟ ਜ਼ਰੂਰ ਹੋਏਗਾ। ਅੱਜ ਉਹ ਠੀਕ ਹੈ, ਉਹਨਾਂ ਦੀ ਕਰੂਰਤਾ ਨਜ਼ਰ ਆ ਰਹੀ ਆ, ਕਿਉਂਕਿ ਉਹਨਾਂ ਦੇ ਪਿੱਛੇ ਜਿਹੜੀ ਉਹਨਾਂ ਦੀ ਆਈਡੀਓਲੋਜੀ ਆ ਉਹ ਕੰਮ ਕਰ ਰਹੀ ਹੈਗੀ ਆ। ਉਹਨਾਂ ਕੋਲੋਂ ਤੁਸੀਂ ਅਗਰ ਇਹ ਮਹਿਸੂਸ ਕਰਦੇ ਹੋ ਕਿ ਉਹਨਾਂ ਦੇ ਵਿੱਚ ਕੋਈ ਦਇਆ ਭਾਵਨਾ ਵਾਲੀ ਗੱਲ ਆ, ਤੇ ਉਹਨਾਂ ਦੀ ਕਿਤਾਬ ਦੇ ਵਿੱਚ ਦਇਆ ਭਾਵਨਾ ਕੁਛ ਨਾਮ ਦਾ ਸ਼ਬਦ ਹੈ ਨਹੀਂ। ਉਹਨਾਂ ਨੇ ਉਹੀ ਹਿਟਲਰ ਵਾਲੀ ਥਿਊਰੀ ਜਿਹੜੀ ਲੈ ਕੇ ਆ ਰਹੇ ਨੇ ਕਿ ਅਗਰ ਜਿਹੜਾ ਤੁਸੀਂ ਸਾਹ ਲੈ ਲੈਂਦੇ ਹੋ ਇਹਨੂੰ ਹੀ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹ ਸਮਝ ਲਓ, ਇਸ ਤੋਂ ਅੱਗੇ ਉਹ ਕੁਛ ਨਹੀਂ। ਕਿਉਂਕਿ ਜਿਹੜੇ ਲੋਕ ਆਪਣੇ ਜੰਮਦੇ ਹੋਏ ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਨਹੀਂ ਪਾ ਸਕਦੇ, ਜਿਹੜੇ ਉਹਨਾਂ ਦੇ ਅੰਨ ਦੀ ਪੂਰਤੀ ਨਹੀਂ ਉਹ ਕੰਟਰੀ ਕਰ ਸਕਦਾ 21 ਸੈਂਚਰੀ ਦੇ ਵਿੱਚ, ਉਹਨਾਂ ਲੋਕਾਂ ਤੋਂ ਜਿਹੜੇ ਲੋਕ ਉਹ ਜਿਨ੍ਹਾਂ ਨੂੰ ਉਹ ਆਪਣਾ ਕਹਿੰਦੇ ਨੇ, ਜਿਹੜੇ ਲੋਕ ਉਸ ਕੈਟਾਗਰੀ 'ਚ ਫਾਲ ਕਰਦੇ ਨੇ, ਜਿਹੜੇ ਉਹਨਾਂ ਦੀ ਬਹੁ ਗਿਣਤੀ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੀ ਆ, ਇਹ ਉਹਨਾਂ ਦੇ ਸਕੇ ਨਹੀਂ ਹੋਏ। ਤੇ ਪੰਜਾਬ ਤਾਂ ਫਿਰ ਸ਼ੁਰੂ ਤੋਂ ਹੀ ਰਿਹਾ ਹੈਗਾ। ਕਦੀ ਵੀ ਨਾ ਇਹ ਗੱਲ ਸ਼ਾਹ ਮੁਹੰਮਦ ਤਾਂ ਫਿਰ ਕਦੀ ਵੀ ਨਾ ਕਹਿੰਦੇ ਕਿ ਜਿਹੜਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ, ਜਦੋਂ ਹਿੰਦ ਤੇ ਪੰਜਾਬ ਹੈ ਹੀ ਅਲੱਗ-ਅਲੱਗ, ਤੇ ਫਿਰ ਸਾਨੂੰ ਰਸਤਾ ਸਾਫ਼ ਦਿਖਦਾ ਪਿਆ ਤੇ ਉਸ ਰਸਤੇ ਹੀ ਚੱਲਣਾ ਪਊਗਾ। ਪੰਜਾਬ ਜਿਹੜਾ ਹੈ ਉਹ ਇੱਕ ਅਲੱਗ ਹੈ, ਪੰਜਾਬ ਦੀਆਂ ਸਮੱਸਿਆਵਾਂ ਅਲੱਗ ਨੇ, ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਅਲੱਗ ਆ, ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਅਲੱਗ ਆ, ਪੰਜਾਬ ਦੇ ਲੋਕਾਂ ਦਾ ਸਾਰਾ ਕੁਝ ਸੋਚਣੀ ਆਈਡੀਓਲੋਜੀ ਟੋਟਲ ਜਿਹੜੀ ਆ ਅਲੱਗ ਆ। ਤੇ ਮੈਂ ਜਿਹੜੀ ਇੱਥੇ ਦੂਸਰੀਆਂ ਗਿਣਤੀਆਂ ਵੱਸਦੀਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰ ਸਕਦਾ, ਇਹ ਤੁਹਾਡੇ ਵੀ ਸਕੇ ਨਹੀਂ ਆ। ਸੋ ਇਸ ਕਰਕੇ ਮਤ ਇਹ ਸਮਝਿਓ ਕਿ ਕਿਤੇ ਇਹ ਸਾਡੇ ਵਾਸਤੇ ਕਿਤੇ ਫਾਇਦਾ ਦੇ ਦੇਣਗੇ, ਨਹੀਂ ਤਾਂ ਪ੍ਰੈਕਟੀਕਲ ਕਰਕੇ ਦੇਖ ਲਓ। ਮੈਂ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਗੱਲ ਦੱਸ ਰਿਹਾ ਹੈਗਾ ਕਿ ਜਦ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਜਾਂਦੇ ਸੀ, ਮੇਰੇ ਕੋਈ ਦੋਸਤ ਮੇਰੇ ਨਾਲ ਸੀਗੇ ਤੇ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਗਏ, ਤਾਂ ਮੈਨੂੰ ਇਹ ਲੱਗਦਾ ਕਿ ਮੇਰੇ ਉਹ ਦੋਸਤ ਦਾ ਕਹਿਣਾ ਸੀ, ਜਦ ਕਿ ਉਹ ਕੱਟੜ ਹਿੰਦੂ ਸੀ, ਉਹ ਕਹਿੰਦਾ ਸੀ ਕਿ ਅਸੀਂ ਤਾਂ ਐਕਸੈਪਟੇਬਲ ਹੀ ਨਹੀਂ ਆ ਉਹਨਾਂ ਸਟੇਟਾਂ ਦੇ ਵਿੱਚ, ਸਾਨੂੰ ਤਾਂ ਲੋਕ ਇਹ ਸਮਝਦੇ ਹੀ ਨਹੀਂ ਹੈਗੇ ਆਪਣੇ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ, ਤੁਹਾਡਾ ਟੈਕਸਚਰ ਜਦੋਂ ਤੁਸੀਂ ਬੋਲਦੇ ਹੋ, ਜਦੋਂ ਤੁਸੀਂ ਪੰਜਾਬੀ ਬੋਲਦੇ ਹੋ, ਈਵਨ ਕਿ ਤੁਸੀਂ ਹਿੰਦੀ ਬੋਲ ਲਓ ਜਾ ਕੇ, ਤੇ ਤੁਹਾਨੂੰ ਇੱਕ ਅਲੱਗ ਨਿਗਾਹ ਦੇ ਨਾਲ ਦੇਖਿਆ ਜਾਂਦਾ।
ਉਸ ਕੰਟਰੀ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਵੀ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਜਿਹੜੇ ਉਹ ਹੁੰਦੇ ਹੋ। ਲੇਕਿਨ ਤੁਸੀਂ ਅੱਖਾਂ ਦੇ ਉੱਤੇ ਧਰਮ ਦੀ ਐਡੀ ਕੁ ਵੱਡੀ ਪੱਟੀ ਬੰਨ ਰੱਖੀ ਆ ਜਿਹਨੂੰ ਲਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹ ਖੋਪੇ, ਉਹ ਐਨਕਾਂ, ਉਹ ਲੋਹੇ ਦੀਆਂ ਐਨਕਾਂ ਉਤਾਰ ਕੇ ਸਾਈਡ ਤੇ ਰੱਖੋ ਤੇ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਚੰਗੀ ਹਵਾ, ਚੰਗਾ ਪਾਣੀ, ਚੰਗੀ ਸਥਿਤੀ, ਚੰਗੀ ਸਿਕਿਉਰਿਟੀ ਦੇਣੀ ਆ ਤੇ ਫਿਰ ਭਈ ਪੰਜਾਬ ਦੇ ਨਾਲ ਖੜ ਜਾਓ। ਤੇ ਨਹੀਂ ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੈਗੇ ਹੋ ਕਿ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਹੋ ਤੇ ਪਿਛਲੇ 70 ਸਾਲਾਂ ਤੋਂ ਕਿਸ ਕੈਟਾਗਰੀ 'ਚ ਫਾਲ ਕਰਦੇ ਹੋ। ਤੇ 4 ਦਹਾਕਿਆਂ ਦੇ ਵਿੱਚ ਤਾਂ ਤੁਹਾਡਾ ਅਸੀਂ ਦੇਖ ਹੀ ਲਿਆ ਕਿ ਤੁਸੀਂ ਕਿੰਨਾ ਕੁ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਬੋਲੀ ਵਾਸਤੇ, ਤੁਸੀਂ ਇਹਦੇ ਨੈਚੁਰਲ ਰਿਸੋਰਸਿਸ ਵਾਸਤੇ ਜਾਂ ਇਹਦੀ ਤਰੱਕੀ ਵਾਸਤੇ ਕਿੰਨੇ ਕੁ ਖੜੇ ਹੋ। ਜਿੱਥੇ ਖਾਈਏ, ਜਿੱਥੇ ਰਹੀਏ, ਜਿੱਥੇ ਦਾ ਪਹਿਣੀਏ, ਉਹਦੇ ਨਾਲ ਕਦੀ ਵੀ ਬੇਵਫਾਈ ਨਹੀਂ ਕਰੀਦੀ, ਹਮੇਸ਼ਾ ਉਹਦੇ ਨਾਲ ਵਫਾ ਕਰੀਦੀ ਆ। ਕਮ ਸੇ ਕਮ ਜੇ ਤੁਸੀਂ ਕਿਸੇ ਧਰਮ ਨੂੰ ਵੀ ਮੰਨਦੇ ਹੋ ਤਾਂ ਇਹ ਤਾਂ ਧਰਮ ਜਿਹੜਾ ਹੈ ਉਹ ਪਹਿਲੀ ਗੱਲ ਸਿਖਾਉਂਦਾ। ਤੇ ਜੇ ਅਸੀਂ ਉਸ ਜਗ੍ਹਾ ਤੇ ਰਹਿੰਦੇ ਹੋਏ ਉਹਨਾਂ ਵੱਲ ਦੀ ਗੱਲ ਨਹੀਂ ਕਰਦੇ ਤੇ ਫਿਰ ਅਕਿਰਤ ਘਣਤਾ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਹੈਗਾ। ਹੁਣ ਇਹ ਤੁਸੀਂ ਆਪਣੇ ਆਪ ਦੇ ਵਿੱਚ ਫੈਸਲਾ ਲੈਣਾ ਕਿ ਤੁਸੀਂ ਕਿਸ ਜਗ੍ਹਾ ਦੇ ਉੱਤੇ ਖੜਨਾ, ਕਿੱਧਰ ਨੂੰ ਖੜਨਾ, ਤੁਸੀਂ ਦਿੱਲੀ ਨਾਲ ਖੜਨਾ ਜਾਂ ਪੰਜਾਬ ਦੇ ਨਾਲ ਖੜਨਾ। ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈਗਾ। ਸੋ ਪ੍ਰੋਗਰਾਮ ਦਾ ਸਮਾਂ ਦੋਸਤੋ ਸਮਾਪਤੀ ਵਾਲਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਹੈ ਸਾਡਾ ਪਸੰਦ ਆਵੇਗਾ। ਆਪਣੀ ਫੀਡਬੈਕ ਜਿਹੜੀ ਆ ਜ਼ਰੂਰ ਤੁਸੀਂ ਸਾਡੇ ਤੱਕ ਪਹੁੰਚਦੀ ਕਰਿਆ ਕਰੋ। ਈ ਬਾਬਾ ਇੰਟਰਟੇਨਮੈਂਟ ਐਪ ਜਿਹੜਾ ਜ਼ਰੂਰ ਡਾਊਨਲੋਡ ਕਰ ਲਓ। ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਹੋ, ਸਾਡਾ ਟੀਵੀ ਚੰਗਾ ਲੱਗਦਾ, ਸਾਡੇ ਚੈਨਲ ਚੰਗੇ ਲੱਗਦੇ ਨੇ, ਉਹਨਾਂ ਨੂੰ ਸੁਣੋ। ਹੋਰ ਟੀਵੀ ਚੈਨਲ ਤੁਹਾਨੂੰ ਚੰਗੇ ਲੱਗਦੇ ਨੇ ਜਿੱਥੇ ਚੰਗੇ ਵਿਚਾਰ ਆਉਂਦੇ ਹੋਣ, ਜਿੱਥੇ ਸੱਚੀਆਂ ਗੱਲਾਂ, ਸੱਚ ਦਾ ਆਦਾਨ ਪ੍ਰਦਾਨ ਹੁੰਦਾ ਹੋਵੇ, ਤੁਹਾਨੂੰ ਸੱਚ ਦੇ ਨੇੜੇ ਲਿਜਾਂਦੇ ਹੋਈਏ, ਉਸ ਨੂੰ ਜ਼ਰੂਰ ਵਾਚ ਕਰੋ। ਅਸੀਂ ਨਹੀਂ ਇਹ ਕਹਿੰਦੇ ਕਿ ਅਸੀਂ ਇਕੱਲੇ ਸੱਚੀਆਂ ਗੱਲਾਂ ਕਰਦੇ ਹਾਂ। ਹੋਰ ਬਹੁਤ ਸਾਰੇ ਉਪਰਾਲੇ ਹੋ ਰਹੇ ਨੇ, ਚਾਹੇ ਉਹ ਸੋਸ਼ਲ ਮੀਡੀਆ ਜਾਂ ਹੋਰ ਚੈਨਲ ਆ। ਈ ਬਾਬਾ ਇੰਟਰਟੇਨਮੈਂਟ ਐਪ ਨੂੰ ਮੈਂ ਬਾਰ-ਬਾਰ ਇਸ ਕਰਕੇ ਕਹਿ ਰਿਹਾ ਕਿ ਉਹ ਬਹੁਤ ਸੌਖਾ। ਤੁਹਾਡੇ ਬਹੁਤ ਸਾਰੇ ਟੀਵੀ ਚੈਨਲ, ਰੇਡੀਓ, ਜੋ ਵੀ ਤੁਹਾਨੂੰ ਪਸੰਦ ਆ ਉਹਦੇ 'ਚ ਤੁਸੀਂ TV16 ਟੋਰਾਂਟੋ ਨੂੰ ਜ਼ਰੂਰ ਇੱਕ ਵਾਰ ਵਾਚ ਕਰਿਓ, ਜ਼ਰੂਰ ਵਾਚ ਕਰਿਆ ਕਰੋ। ਉਸਦੇ ਬਹੁਤ ਸੌਖਾ, ਚਾਹੇ ਤੁਸੀਂ ਟਰੱਕਾਂ 'ਚ, ਟੈਕਸੀਆਂ 'ਚ ਜਾਂ ਤੁਸੀਂ ਕਿਤੇ ਵੀ ਕੰਮ ਕਰ ਰਹੇ ਹੋ, ਚਾਹੇ ਤੁਸੀਂ ਇੰਡੀਆ ਬੈਠੇ ਹੋ ਜਾਂ ਤੁਸੀਂ ਇੰਡੀਆ ਤੋਂ ਹੋਰ ਦੂਜੀਆਂ ਕੰਟਰੀਆਂ 'ਚ ਵੀ ਬੈਠੇ ਹੋ, ਤਾਂ ਬਹੁਤ ਸੌਖਾ। ਤੁਸੀਂ ਪੰਜਾਬੀ ਸੈਗਮੈਂਟ 'ਚ ਜਾਓਗੇ ਤਾਂ ਤੁਸੀਂ ਉੱਥੇ TV16 ਟੋਰਾਂਟੋ ਦਾ ਜਿਹੜਾ ਹੈ ਉਹ ਲੋਗੋ ਦੇਖੋ, ਉਹਨੂੰ ਕਲਿੱਕ ਕਰੋ ਤੇ ਤੁਹਾਡਾ ਨਾਲ ਦੀ ਨਾਲ ਵਿਦਨ 5 ਸੈਕਿੰਡ ਜਿਹੜਾ ਹੈ ਉਹ ਟੀਵੀ ਚੱਲਣਾ ਜਿਹੜਾ ਉਹ ਸਟਾਰਟ ਹੋ ਜਾਏਗਾ। ਉਸ ਤੋਂ ਇਲਾਵਾ ਸਾਡਾ ਐਂਡਰੋਇਡ ਐਪ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਕਰ ਲਓ। ਸੁਝਾਅ ਜਿਹੜੇ ਨੇ ਉਹ ਤੁਹਾਡੇ ਜਿਹੜੇ ਨੇ ਉਹ ਸਾਨੂੰ ਜਿਹੜੀ ਹੈ ਉਹ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਓ, ਕਿਉਂਕਿ ਸੁਝਾਵਾਂ ਦੇ ਸਿਰ ਤੇ ਹੀ ਅਸੀਂ ਜਿਹੜਾ ਹੈ ਉਹ ਪ੍ਰੋਗਰਾਮ ਜਿਹੜਾ ਹੈ ਉਹ ਮਹਿਸੂਸ ਕਰਦੇ ਹੈਗੇ ਆ ਕਿ ਅਸੀਂ ਅੱਗੇ ਤੱਕ ਜਿਹੜਾ ਹੈ ਉਹ ਲਿਜਾ ਸਕਦੇ ਹੈਗੇ ਆ। ਸੋ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਉਹ ਪਸੰਦ ਆਇਆ ਹੋਵੇਗਾ। ਸੋ ਫੀਡਬੈਕ ਜਿਹੜੀ ਆ ਉਹ ਜ਼ਰੂਰ ਪਹੁੰਚਦੀ ਕਰੋ। ਇੱਕ ਕਿਸੇ ਦਾ ਮੈਸੇਜ ਆਇਆ ਸੀ ਜ਼ਰੂਰੀ, ਤਾਂ ਉਹ ਮੈਸੇਜ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੱਲਾਂ ਜਿਹੜੀਆਂ ਨੇ ਬਹੁਤ ਤੁਹਾਡੀਆਂ ਵਧੀਆ ਲੱਗੀਆਂ। ਸੋ ਅਸੀਂ ਤਾਂ ਸਿੰਪਲ ਜੀਆਂ ਗੱਲਾਂ ਕਰਦੇ ਹਾਂ ਜੀ, ਸਿੰਪਲ ਜੀਆਂ ਗੱਲਾਂ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੱਲਾਂ ਦਾ ਆਦਾਨ ਪ੍ਰਦਾਨ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਨਾਲ ਹੋ ਸਕੇ ਕਿ ਜਿਹੜਾ ਸੱਚ ਜਿਹੜਾ ਹੈ ਉਹ ਝੂਠ ਦਾ ਪਰਦਾ ਚੁੱਕੀਏ ਤੇ ਸੱਚ ਦੇ ਜਿਹੜਾ ਹੈ ਉਹ ਨੇੜੇ ਜਾਈਏ। ਕੱਲ੍ਹ ਆਪਾਂ ਦੁਬਾਰਾ